ਮਿਸਟਰ ਸਿੰਘ ਪ੍ਰੋਡਕਸ਼ਨਸ ਤੇ ਗੁਰਬਾਣੀ ਕੀਰਤਨ ਢਾਡੀ ਵਾਰਾ ਕਥਾ ਕਵਿਸ਼ਰੀ ਵਾਰਾ ਲਾਈਵ ਕੀਰਤਨ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਅਤੇ ਬੈਲ ਦੀ ਘੰਟੀ ਵਜਾਉਣਾ ਨਾ ਭੁੱਲਣਾ। श्री नानक पद पंकज बंदन पद पंकज बंदन सिमरो अंगद दोख निकंदन अमरदास गुर ਹਿਰਦੈ ਧਿਆਵੋ ਜੀ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜੁਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ। ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਵੋ ਬਹੁ ਗੁਰ ਤੇਗ ਬਹਾਦੁਰ ਪਰਮ ਕਿਰਪਾਲਾ ਦੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲ ਤਰੋਂ ਤਰਾ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬਾਰ ਜਗਦੀਸਾ ਗਿਆਨ ਹੈ ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦਿ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਤ ਉਤ ਪਿਖ ਕਰ ਬਾਹਰ ਆਵਾ। ਕਰ ਕਲੀਦ ਜਿਸ ਕੁਲਫ ਲਗਾਵਾ। ਸੌਂਦੇ ਖਾਨ ਗਇਓ ਨਿਜ ਕਾਜ। ਜਾਨ ਲੀਨ ਮਨ ਸਕਲ ਸਮਾਜ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਸਭ ਵਡਭਾਗੇ ਹੋ ਜਿੱਥੇ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਜੀ ਕੇ ਸਰਗੁਣ ਸਵਰੂਪ ਦਸਵੇਂ ਗੁਰੂ ਨਾਨਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਧਰਮ ਚਲਾਵਨ ਸੰਤਿਓ ਬਾਰਨ ਦੁਸ਼ਟ ਸਭਨ ਕੋ ਮੂਲਿਓ ਪਾਰਨ ਦੇ ਵਾਸਤੇ ਅਵਤਾਰ ਧਾਰਿਆ। ਉਸ ਮਹਾਨ ਪਵਿੱਤਰ ਅਸਥਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦੇ ਸੱਚਖੰਡ ਦਰਬਾਰ ਦੀਆਂ ਆਪ ਹਾਜ਼ਰੀਆਂ ਭਰ ਰਹੇ ਹੋ। ਕਲਗੀਧਰ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਤਖਤ ਸਾਹਿਬ ਜੀ ਦੇ ਉੱਪਰ ਲੜੀਵਾਰ ਗੁਰੂ ਇਤਿਹਾਸ ਦੀ ਵਿਚਾਰ ਕਥਾ ਚੱਲ ਰਹੀ ਹੈ। ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਪਿਛਲੇ ਦੀਵਾਨਾਂ ਵਿੱਚ ਆਪ ਸਭ ਸਰਵਣ ਕਰ ਚੁੱਕੇ ਹੋ। ਦਲ ਭੰਜਨ ਵੱਡੇ ਯੋਧੇ ਪਰਉਪਕਾਰੀ ਛਠਮ ਪੀਰ ਮੀਰੀ ਪੀਰੀ ਦੇ ਮਾਲਿਕ ਅੰਤਰਜਾਮੀ ਬਾਲਾ ਭੋਲਾ ਸੱਚਾ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪ ਜੀ ਮਾਲਵੇ ਦੇ ਪ੍ਰਸਿੱਧ ਨਗਰ ਭਾਈ ਰੂਪਾ ਜੀ ਸਾਹਿਬ ਜੀ ਦੇ ਸਥਲ 'ਤੇ ਬਿਰਾਜਮਾਨ ਹਨ। ਇਨ੍ਹਾਂ ਹੀ ਦਿਨਾਂ ਵਿੱਚ ਮਹਾਰਾਜ ਜੀ ਦੇ ਅਨੰਦ ਪਿਆਰੇ ਗੁਰਸਿੱਖ ਗੁਰੂ ਕਾ ਸੀਨਾ ਗੁਰੂ ਕਾ ਦਿਲ ਗੁਰੂ ਕੇ ਦਿਲ ਕੀ ਧੜਕਨ ਬ੍ਰਹਮ ਗਿਆਨੀ ਪਰਉਪਕਾਰੀ ਬਹਾਦਰ ਬਾਬਾ ਬਿਧੀ ਚੰਦ ਜੀ ਸਾਹਿਬ ਇੱਕ ਵਿਸ਼ੇਸ਼ ਖਾਸ ਮਿਸ਼ਨ ਦੇ ਵਾਸਤੇ ਜੋ ਕਿ ਬਹੁਤ ਦੁਰਗਮ
ਤੇ ਅਗਮ ਕਾਰਜ ਸੀ। ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹਜਹਾਨ ਉਹਦੇ ਸ਼ਾਹੀ ਕਿਲੇ ਵਿੱਚੋਂ ਉਹਦੇ ਖਾਸ ਅਸਤਬਲ ਘੋੜਿਆਂ ਦੇ ਵਿੱਚੋਂ ਬੇਸ਼ਕੀਮਤੀ ਦਰਿਆਈ ਘੋੜਾ ਦੁਲਬਾਗ ਅਤੇ ਗੁਲਬਾਗ ਇਹਨਾਂ ਨੂੰ ਲੈ ਕੇ ਆਉਣਾ। ਆਪ ਜੀ ਇੱਕ ਕਸੇਰੇ ਦਾ ਰੂਪ, ਕਾਹੀ ਦਾ ਰੂਪ ਧਾਰਨ ਕਰਕੇ ਭੇਸ ਵਟਾ ਕੇ ਸੋ ਉਹਨਾਂ ਦਾ ਜਾ ਕੇ ਦਿਲ ਜਿੱਤਿਆ। ਸੇਵਾ ਕਰਦੇ ਹਨ ਤੇ ਉੱਚੀ ਉੱਚੀ ਕਹਿੰਦੇ ਰਹਿੰਦੇ ਨੇ, ਧੰਨ ਸੱਚਾ ਪਾਤਸ਼ਾਹ, ਧੰਨ ਸੱਚੇ ਪਾਤਸ਼ਾਹ ਦੇ ਘੋੜੇ। ਇਸ਼ਾਰਾ ਆਪ ਜੀ ਦਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵੱਲ ਹੈ, ਕਿਉਂਕਿ ਸੱਚਾ ਪਾਤਸ਼ਾਹ ਕਹਿਆ ਜਾਂਦਾ ਹੈ। ਵੈਸੇ ਨਾਮ ਜਪਣ ਵਾਲੇ ਵੀ ਪਾਤਸ਼ਾਹ ਹਨ। ਮਹਾਰਾਜ ਜੀ ਨੇ ਬਚਨ ਕਹੇ, ਜਿਸ ਨੂੰ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹੋ। ਪਰ ਸੱਚਾ ਪਾਤਸ਼ਾਹ ਸਿਰਫ ਤੇ ਸਿਰਫ ਪਰਮਾਤਮਾ ਦੀ, ਖੁਦਾ ਦੀ, ਅੱਲਾ ਦੀ ਯਾਦ ਵਾਸਤੇ ਹੀ ਵਰਤਿਆ ਜਾਂਦਾ। ਜਿਹਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਵਾਰਾਂ ਤੇ ਵਧੇਕ ਸ਼ਲੋਕ ਵਿੱਚ ਬਚਨ ਆਖੇ ਨੇ, ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂ ਦਾ ਸਾਹੋ। ਸੱਚਾ ਪਾਤਸ਼ਾਹ ਤੇ ਸਿਰ ਸਾਹਾਂ ਦਾ ਸਾਹੋ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਪ੍ਰਮਾਤਮਾ ਨੂੰ ਆਖਿਆ। ਤੋ ਸਤਿਗੁਰੂ ਜੀ ਮਹਾਰਾਜ ਜੀ ਦੇ ਵਾਸਤੇ ਵੀ ਸੱਚਾ ਪਾਤਸ਼ਾਹ ਹੈ ਸ਼ਬਦ ਗੁਰਸਿੱਖ ਅੱਜ ਵੀ ਇਹ ਵਰਤਦੇ ਹਨ ਕਿ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਆਹ ਕੰਮ ਹੋ ਗਿਆ, ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਆਹ ਕੰਮ ਹੋ ਜਾਏਗਾ, ਜੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਤਾਂ। ਤੋ ਇਸ ਪ੍ਰਕਾਰ ਗੁਰੂ ਪਰਮੇਸ਼ਰ ਵਾਸਤੇ ਅਸੀਂ ਸੱਚਾ ਪਾਤਸ਼ਾਹ ਸ਼ਬਦ ਵਰਤਦੇ ਹਾਂ। ਉੱਦਾਂ ਨਿਹੰਗ ਸਿੰਘਾਂ ਦਲਾਂ ਪੰਥਾਂ ਵਿੱਚ ਜੋ ਆਗੂ ਹੋਵੇ, ਮੁਖੀਆ ਹੋਵੇ, ਉਹਦੇ ਵਾਸਤੇ ਪਾਤਸ਼ਾਹ ਸ਼ਬਦ ਸਤਿਕਾਰ ਦੇ ਵਾਸਤੇ ਵਰਤਿਆ ਜਾਂਦਾ। ਮਹਾਰਾਜ ਜੀ ਦੀ ਇਹ ਦਿੱਤੀ ਹੋਈ ਪੰਥ ਨੂੰ ਬਹੁਤ ਵੱਡੀ ਦਾਤ ਹੈ, ਪਰ ਸੱਚਾ ਪਾਤਸ਼ਾਹ ਗੁਰੂ ਪਰਮੇਸ਼ਰ ਵਾਸਤੇ ਹੀ ਸ਼ਬਦ ਹੈ। ਤੋ ਇਸੇ ਪ੍ਰਕਾਰ ਧੰਨ ਸੱਚਾ ਪਾਤਸ਼ਾਹ ਔਰ ਧੰਨ ਸੱਚੇ ਪਾਤਸ਼ਾਹ ਦੇ ਘੋੜੇ ਕਹਿ ਕੇ ਆਪ ਜੀ ਸੇਵਾ ਕਰਨ। ਕੱਲ੍ਹ ਦੀ ਕਥਾ ਵਿੱਚ ਆਪ ਜੀ ਨੇ ਸੁਣਿਆ ਕਿ ਹਿੰਦੁਸਤਾਨ ਦੇ ਬਾਦਸ਼ਾਹ ਸ਼ਾਹ ਜਹਾਨ ਨੇ 1000 ਰੁਪਈਆ ਇਨਾਮ ਦਿੱਤਾ ਤੇ ਆਪ ਜੀ ਨੇ ਉਹ ਇਨਾਮ ਜਿਹੜਾ ਸੀ ਸੌਂਦੇ ਖਾਨ ਦਰੋਗੇ ਨੂੰ, ਜੋ ਕਿਲੇ ਦਾ ਦਰੋਗਾ ਸੀ, ਅੱਜ ਦੀ ਭਾਸ਼ਾ ਵਿੱਚ ਸੁਪਰੀਡੈਂਟ ਕਹਿ ਲਓ ਉਹਨੂੰ, ਉਹਦੇ ਤਾਂ ਹੀ ਦੇ ਦਿੱਤਾ, ਉਹਦਾ ਹੋਰ ਵਿਸ਼ਵਾਸ ਜਿੱਤਣ ਦੇ ਵਾਸਤੇ। ਤੇ ਕਿਹਾ ਵੀ ਜਿਵੇਂ ਮੈਂ ਆਪਣੀ ਤਨਖਾਹ ਤੁਹਾਡੇ ਕੋਲ ਜਮ੍ਹਾਂ ਕਰੀ ਜਾਂਦਾ, ਉੱਥੇ ਵੀ ਮੇਰੇ ਦਮੜੇ ਜਮ੍ਹਾਂ ਕਰ ਲਵੋ। ਤਵਾਰੀ ਗੁਰ ਖਾਲਸਾ ਵਿੱਚ ਲਿਖਿਆ ਕਿ ਕੁਛ ਮਾਇਆ ਆਪ ਜੀ ਨੇ ਆਪਣੇ ਵਰਤਨ ਖਰਚਣ ਵਾਸਤੇ ਲਈ ਸੀ, ਜੋ ਅੱਜ ਦੀ ਕਥਾ ਵਿੱਚ ਕੰਮ ਆਵੇਗੀ। ਬਾਕੀ ਜਿਹੜੀ ਮਾਇਆ ਸੀ ਸੌਂਦੇ ਖਾਨ ਨੂੰ, ਦਰੋਗੇ ਨੂੰ, ਕਿਲੇ ਦੇ ਸੁਪਰੀਡੈਂਟ ਨੂੰ ਆਪ ਜੀ ਨੇ ਦੇ ਦਿੱਤੀ। ਤੇ ਹੋਇਆ ਇਸ ਤਰ੍ਹਾਂ ਕਿ ਆਪ ਜੀ ਦਰੋਗੇ ਤੇ ਹੋਰ ਅਹਿਲਕਾਰਾਂ ਨੂੰ ਕਹਿੰਦੇ ਨੇ ਵੀ ਜਿਹੜੇ ਇਹ ਸੱਚੇ ਪਾਤਸ਼ਾਹ ਦੇ ਘੋੜੇ ਨੇ, ਇਹਨਾਂ ਤੇ ਕੋਈ ਕਾਠੀ ਵੀ ਪਾਉਂਦਾ ਕਿ ਜਾਂ ਉੱਦਾਂ ਟੌਰ ਟੱਪੇ ਲਈ ਰੱਖੇ ਹੋਏ ਨੇ। ਕਿਹਾ ਵੀ ਜਦੋਂ ਈਦ ਹੁੰਦੀ ਆ ਨਾ, ਹਿੰਦੁਸਤਾਨ ਦਾ ਬਾਦਸ਼ਾਹ ਉਦੋਂ ਕਿਲੇ ਵਿੱਚੋਂ ਬਾਹਰ ਨਿਕਲ ਕੇ ਸੋ ਅੰਬਾਰੀ ਤੋਂ ਉਤਰ ਕੇ ਫਿਰ ਇਹਦੇ ਤੇ ਅਸਵਾਰੀ ਕਰਦਾ, ਸਾਲ ਵਿੱਚ ਸਿਰਫ ਇੱਕ ਵਾਰੀ। ਵੈਸੇ ਇਹਨਾਂ ਘੋੜਿਆਂ ਦੀ ਵਰਜਿਸ਼ ਕਸਰਤ ਕੀਤੀ ਜਾਂਦੀ, ਪਰ ਅਸਵਾਰੀ ਕੋਈ ਨਹੀਂ ਕਰਦਾ। ਤੇ ਉਦੋਂ ਫਿਰ ਕਾਠੀ ਇਤਿਆਦਿਕ ਜੋ ਹੈ ਉਹ ਬਾਹਰ ਕੱਢੀ ਜਾਂਦੀ ਹੈ ਤੋਸ਼ੇਖਾਨੇ ਵਿੱਚੋਂ, ਖਜ਼ਾਨੇ ਵਿੱਚੋਂ। ਇਹਨਾਂ ਨੇ ਮਨ ਵਿੱਚ ਇਹ ਸੋਚਿਆ ਤੇ ਫਰੇਬ ਕੀਤਾ, ਚਰਿੱਤਰ ਕੀਤਾ ਕਹਿ ਲਵੋ। ਚਰਿੱਤਰ ਸ਼ਬਦ ਬੜਾ ਵਧੀਆ ਹੈ, ਪਰਮਾਤਮਾ ਵੀ ਚਰਿੱਤਰ ਕਰਦਾ ਹੈ, ਚਲਿੱਤਰ ਕਰਦਾ ਹੈ। ਗੁਰਬਾਣੀ ਵਿੱਚ ਅਨੰਤ ਵਾਰੀ ਆਖਿਆ, ਚਰਿੱਤਰ ਕਰਕੇ ਆਖਿਆ ਕਿ ਜਿਹੜੀ ਬਾਦਸ਼ਾਹ ਦੀ ਕਾਠੀ ਹੋਵੇਗੀ ਉਹ ਕਿੰਨੀ ਕੁ ਮਹਿੰਗੀ ਹੋਵੇਗੀ। ਕਿਹਾ ਵੀ ਇਸ ਤਰ੍ਹਾਂ 1.25 ਲੱਖ ਰੁਪਏ ਦੀ। ਆਪ ਜੀ ਹੈਰਾਨ ਹੋ ਗਏ, ਪਤਾ ਤੇ ਸਾਰਾ ਕੁਛ ਹੈ। ਹੈਰਾਨ ਕੋ ਕਹਿਣ ਲੱਗੇ ਵੀ 1.25 ਲੱਖ ਰੁਪਏ ਦੀ ਕਾਠੀ, ਚਲੋ 10-20 ਰੁਪਏ ਦੀ ਹੋਵੇ, ਵੱਧ ਤੋਂ ਵੱਧ 100 ਰੁਪਏ ਦੀ ਹੋਵੇ, ਇੰਨੀ ਮਹਿੰਗੀ ਕਿਵੇਂ ਹੋ ਸਕਦੀ। ਇਸ ਤਰ੍ਹਾਂ ਹੈਰਾਨ ਹੋ ਗਏ ਸਾਰੇ। ਪਿੰਡੂ ਵਿਚਾਰੇ ਭੋਲੇ ਨੂੰ, ਪਿੰਡੂ ਗਵਾਰ ਨੂੰ ਕੁਛ ਪਤਾ ਹੀ ਨਹੀਂ। ਇੰਨੇ ਸਮੇਂ ਨੂੰ ਸੌਂਦੇ ਖਾਨ ਵੀ ਆ ਗਿਆ ਤੇ ਆਣ ਕੇ ਕਹਿਣ ਲੱਗਾ ਵੀ ਭਾਈਓ ਕਿਉਂ ਹੱਸਦੇ ਹੋ ਤੁਸੀਂ, ਕੀ ਗੱਲ ਹੋਈ ਦੱਸੋ, ਕਿਉਂ ਹੱਸਦੇ ਆ, ਮੈਨੂੰ ਵੀ ਦੱਸੋ। ਹਾਸਾ ਇੱਕ ਐਸੀ ਚੀਜ਼ ਹੈ, ਹਰ ਆਦਮੀ ਹੱਸਣਾ ਚਾਹੁੰਦਾ, ਤੇ ਸਾਡੇ ਤੋਂ ਪਹਿਲਾਂ ਕੋਈ ਹੱਸ ਰਿਹਾ ਹੋਵੇ ਤੇ ਉਹਨਾਂ ਨੂੰ ਵੇਖ ਕੇ ਵੀ ਸਾਡਾ ਹਾਸਾ ਨਿਕਲਦਾ ਤੇ ਹੋਰ ਹੱਸਣ ਨੂੰ ਚਿੱਤ ਕਰਦਾ ਕਿ ਅਸੀਂ ਵੀ ਸੁਣ ਲਈਏ ਕੀ ਗੱਲ ਹੈ। ਉਸ ਵੇਲੇ ਬਾਕੀ ਨੌਕਰਾਂ ਚਾਕਰਾਂ ਨੇ ਦੱਸਿਆ ਵੀ ਜਿਹੜਾ ਆਪਣਾ ਕਸੇਰਾ ਕਾਹੀ ਹੈ ਵਿਚਾਰਾ ਬਾਹਲਾ ਹੀ ਭੋਲਾ ਹੈ, ਇਹਨੂੰ ਕੁਛ ਵੀ ਨਹੀਂ ਪਤਾ ਹੈ। ਅਸੀਂ ਦੱਸਿਆ ਵੀ ਹਿੰਦੁਸਤਾਨ ਦੇ ਬਾਦਸ਼ਾਹ ਦੇ ਘੋੜੇ ਦੀ ਕਾਠੀ 1.25 ਲੱਖ ਰੁਪਏ ਦੀ, ਇਹ ਮੰਨਦਾ ਨਹੀਂ। ਦਰੋਗੇ ਨੇ ਕਿਹਾ ਵੀ ਹਾਂ ਇੰਨੀ ਮਹਿੰਗੀ ਹੈ। ਇਹ ਕਹਿੰਦੇ ਵੀ ਨਹੀਂ, ਇਸ ਤਰ੍ਹਾਂ ਕਿਵੇਂ ਹੋ ਸਕਦਾ, ਚਲੋ ਦਿਖਾਓ ਆਖੇ ਮੈਨੂੰ। ਕਿਹਾ ਵੀ ਨਹੀਂ ਦਿਖਾ ਨਹੀਂ ਸਕਦੇ ਕਿ ਈਦ ਵਾਲੇ ਦਿਨ ਅਸਵਾਰੀ ਹੁੰਦੀ ਉਦੋਂ। ਤੇ ਹੱਸ ਕੇ ਕਹਿਣ ਲੱਗੇ ਵੀ ਈਦ ਕਿੰਨੇ ਵੇਖੀ,
ਕੀ ਪਤਾ ਹੁਣ ਉਹ ਸਮਾਂ ਆਉਣਾ ਕਿ ਨਹੀਂ ਆਉਣਾ, ਸਵਾਸਾਂ ਦਾ ਪਤਾ ਨਹੀਂ, ਕਿਉਂਕਿ ਆਪ ਜੀ ਨੂੰ ਪਤਾ ਹੋਵੇ ਅਜੇ ਕੁਛ ਦਿਨ ਪਹਿਲਾਂ ਹੀ ਈਦ ਲੰਘੀ ਸੀ ਜਦੋਂ ਇਹ ਸਿੱਖ ਮਹਾਰਾਜ ਦੇ ਪਾਸ ਗਏ ਸਨ ਮਾਲਵੇ ਦੇ ਵਿੱਚ, ਤੇ ਹੁਣ ਸਾਲ ਬਾਅਦ ਈਦ ਆਉਣੀ ਸੀ। ਤੇ ਭਾਈ ਜੀ ਇੰਨਾ ਲੇਟ ਨਹੀਂ ਸਨ ਕਰਨਾ ਚਾਹੁੰਦੇ ਆਪਣਾ ਕੰਮ। ਕਿਹਾ ਵੀ ਮੈਂ ਤੁਹਾਡੀ ਇੰਨੀ ਸੇਵਾ ਕਰਦਾ, ਕਦੇ ਕੁਛ ਮੰਗਿਆ ਨਹੀਂ, ਦਿਖਾ ਦਿਓ ਖਾਂ ਭਲਾ ਕੀ ਹੋ ਚੱਲਿਆ। ਉਸ ਵੇਲੇ ਫਿਰ ਜਿਹੜਾ ਕੁੰਜੀਆਂ ਚਾਬੀਆਂ ਰੱਖਣ ਵਾਲਾ ਵਿਸ਼ੇਸ਼ ਵਿਅਕਤੀ ਸੀ, ਉਹਦੇ ਤਾਈਂ ਦਰੋਗੇ ਨੇ ਕਿਹਾ ਵੀ ਜਾ ਕੇ ਕਾਠੀ ਲਿਆ ਕੇ ਦਿਖਾ। ਜਦੋਂ ਕਾਠੀ ਲੈਣ ਗਿਆ, ਬਹਾਦਰ ਬਾਬਾ ਬਿਧੀ ਚੰਦ ਜੀ ਸਾਹਿਬ ਜੀ ਨੇ ਟੇਢੀ ਅੱਖ ਦੇ ਨਾਲ ਉਹ ਦੇਖ ਲਿਆ ਕਿੱਥੇ ਰੱਖੀਆਂ ਨੇ ਕਾਠੀਆਂ, ਕਿੱਥੇ ਰੱਖਦਾ ਚਾਬੀ, ਕਿਵੇਂ ਖੋਲ੍ਹਦਾ ਦਰਵਾਜ਼ੇ, ਸਾਰੇ ਸੀਕ੍ਰੇਟ ਦੇਖ ਲਏ। ਤੇ ਕਾਠੀ ਦੇਖੀ ਤੇ ਵੇਖ ਕੇ ਹੱਥ ਲਾ ਕੇ ਕਹਿਣ ਲੱਗੇ ਵੀ ਆਹ ਜਿਹੜੇ ਇਹਦੇ ਵਿੱਚ ਮੋਤੀ ਲੱਗੇ ਹੋਏ ਨੇ, ਉਹ ਮੋਤੀਆਂ ਨੂੰ ਕਹਿਣ ਲੱਗੇ। ਕਹਿੰਦੇ ਵੀ ਜਦੋਂ ਸਾਡਾ ਬਾਜਰਾ ਪੱਕਦਾ ਹੈ ਨਾ, ਤੇ ਪੱਕੇ ਹੋਏ ਬਾਜਰੇ ਦੇ ਉੱਪਰ ਜਾਂ ਕੋਧਰੇ ਦੇ ਉੱਪਰ ਜਦੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਨਾ, ਇਦਾਂ ਦੀ ਚਮਕ ਆਉਂਦੀ ਹੈ। ਬਾਜਰਾ ਹੈ ਕਿ ਜਾਂ ਕੀ ਹੈ ਇਹ? ਹਨਗੇ ਮੋਤੀ, ਪਤਾ ਸਾਰਾ ਕੁਛ ਹੈ, ਪਰ ਭੋਲੇ ਬਣਦੇ ਹਨ। ਜਿਵੇਂ ਦਾਸ ਨੇ ਪਰਸੋਂ ਵੀ ਅਰਜ਼ ਕੀਤੀ ਸੀ, 10ਵੇਂ ਪਾਤਸ਼ਾਹ ਮਹਾਰਾਜ ਨੇ 10ਵੇਂ ਮਹਾਰਾਜ ਦੀ ਬਾਣੀ ਦੇ ਚਰਿੱਤਰਾਂ ਵਿੱਚ ਲਿਖਿਆ ਹੋਇਆ ਕਿ ਉਹ ਮਨੁੱਖ ਜਿਹੜਾ ਹੈ ਸਭ ਤੋਂ ਵੱਡਾ ਰਾਜਨੀਤਿਕ ਤੇ ਸਿਆਸਤਦਾਨ ਹੈ, ਜਿਹੜਾ ਕਿਸੇ ਦਾ ਦਿਲ ਜਿੱਤੇ ਪਰ ਆਪਣਾ ਦਿਲ ਕਿਸੇ ਨੂੰ ਨਾ ਦੇਵੇ। ਚਰਿੱਤਰਾਂ ਵਿੱਚ ਇਹ ਬਚਨ ਆਉਂਦੇ 10ਵੇਂ ਮਹਾਰਾਜ ਦੀ ਬਾਣੀ 'ਚ ਵੀ ਦੁਨਿਆਵੀ ਨਜ਼ਰਾਂ ਵਿੱਚ, ਸਿਆਸਤ ਦੀ ਦੁਨੀਆ ਵਿੱਚ, ਰਾਜਨੀਤੀ ਦੀ ਦੁਨੀਆ ਵਿੱਚ ਉਹ ਆਦਮੀ ਸਫਲ ਆ, ਦੂਸਰੇ ਦਾ ਦਿਲ ਜਿੱਤ ਲਵੇ ਪਰ ਆਪਣਾ ਦਿਲ ਨਾ ਕਿਸੇ ਨੂੰ ਦੇਵੇ, ਤੇ ਅਹਿਸਾਸ ਕਰਾਵੇ ਕਿ ਮੈਂ ਆਪਣਾ ਦਿਲ ਤੁਹਾਨੂੰ ਦੇ ਦਿੱਤਾ ਹੈ। ਇਹ ਰਾਜਨੀਤੀ ਦਾ ਸਿਖਰ ਹੈ, ਇਹ ਸਿਰਾ ਹੈ। ਇਸ ਤੋਂ ਵੱਡੀ ਕੋਈ ਰਾਜਨੀਤੀ ਇਸ ਦੁਨੀਆ ਦੇ ਤਖਤ ਦੇ ਉੱਪਰ ਨਹੀਂ ਹੋ ਸਕਦੀ। ਇਹ 10ਵੇਂ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਲਿਖੇ ਹੋਏ ਬੜੇ ਬੜੇ ਰਹੱਸ ਲਿਖੇ ਨੇ ਆਪਣੀ ਬਾਣੀ ਵਿੱਚ। ਗੁਰ 10ਵੇਂ ਪਾਤਸ਼ਾਹ ਨੇ, ਜੇ ਆਪਾਂ ਸਿਦਕ ਦੇ ਸਹਿਤ ਪੜ੍ਹੀਏ ਫੇਰ ਹੀ ਪਤਾ ਲੱਗਦਾ। ਉਸ ਵੇਲੇ ਸਾਰੇ ਹੈਰਾਨ ਹੋ ਗਏ ਵੀ ਇਹਨੂੰ ਵਿਚਾਰੇ ਨੂੰ ਕੁਛ ਪਤਾ ਹੀ ਨਹੀਂ। ਉਸ ਵੇਲੇ ਬਾਬਾ ਬਿਧੀ ਚੰਦ ਜੀ ਸਾਹਿਬ ਕਹਿਣ ਲੱਗੇ ਵੀ ਇੰਨੀ ਮਹਿੰਗੀ ਕਾਠੀ ਦੀ ਕੀ ਲੋੜ ਸੀ ਭਲਾ, 100 ਰੁਪਏ ਦੀ ਵੱਧ ਤੋਂ ਵੱਧ ਲੈ ਲੈਂਦੇ। ਵੈਸੇ 10-20 ਦੀ ਕਾਠੀ ਉਹਨਾਂ ਜ਼ਮਾਨਿਆਂ 'ਚ ਵਧੀਆ ਤੋਂ ਵਧੀਆ, ਚੰਗੇ ਤੋਂ ਚੰਗੇ ਚਮੜੇ ਦੀ ਮਿਲ ਜਾਂਦੀ ਸੀ, ਵੀ 100 ਰੁਪਈਆ ਖਰਚ ਲੈਂਦੇ। ਕਹਿੰਦੇ ਚਲੋ ਛੱਡੋ, ਆਖੇ ਮੈਂ ਕੀ ਲੈਣਾ, ਆਖੇ ਇਹ ਸ਼ਾਹੀ ਠਾਠ ਪਾਠ ਨੇ, ਰਾਜਿਆਂ ਦੇ ਸ਼ੁਗਲ ਨੇ, ਮੈਂ ਕੀ ਲੈਣਾ, ਕੋਈ ਨਹੀਂ, ਜਾਓ ਜਾ ਕੇ ਰੱਖ ਆਓ। ਇੰਨਾ ਕੁ ਬਚਨ ਹੋਇਆ ਤੇ ਆਪ ਜੀ ਖੁਸ਼ ਹੋ ਗਏ। ਉਹ ਸਾਰਾ ਕੁਝ ਦੇਖ ਲਿਆ। ਇਹਨੂੰ ਕਹਿੰਦੇ ਨੇ ਘਰੇ ਵੜ ਕੇ ਦੁਸ਼ਮਣ ਤੋਂ ਜਿੱਤ ਪ੍ਰਾਪਤ ਕਰਨੀ। ਐਸੀਆਂ ਨੀਤੀਆਂ ਜਿਹੜੀਆਂ ਨੇ ਸਾਧ ਸੰਗਤ ਜੀ, ਇਹ ਗੁਰੂ ਪੰਥ ਵਿੱਚ ਹੁੰਦੀਆਂ ਆਈਆਂ ਨੇ। ਪੰਥ ਵਿੱਚ ਇੱਕ ਸ਼ਬਦ ਹੈ ਮਿਲ ਵਰਤਣੀਏ। ਜਦੋਂ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ, ਘਰ ਘਾਟ ਉਜੜੀ ਦੇ ਸਨ, ਗੁਰੂ ਘਰਾਂ ਨੂੰ ਮਸੀਤਾਂ ਬਣਾਇਆ ਜਾਂਦਾ ਸੀ, ਜ਼ਮੀਨਾਂ ਜਾਇਦਾਦਾਂ ਜ਼ਬਤ ਹੋ ਜਾਂਦੀਆਂ ਸਨ, ਨਿਰਮਲੇ ਤੇ ਉਦਾਸੀ ਮਹਾਂਪੁਰਖ ਸਾਡੇ ਧਰਮ ਦੇ ਗ੍ਰੰਥ ਸੰਭਾਲ ਕੇ ਹਿੰਦੂਆਂ ਤੇ ਸਨਾਤਨੀਆਂ ਵਾਲੇ ਲਿਬਾਸ ਬਣਾ ਕੇ ਵਿਚਰਦੇ ਸਨ। ਔਰਤਾਂ, ਤਰੀਮਤਾਂ, ਬਜ਼ੁਰਗਾਂ, ਬੱਚਿਆਂ ਦੇ ਸੋ ਨੁਕਸਾਨ ਹੁੰਦੇ ਸਨ। ਸਿੰਘ ਕਾਨਾਂ, ਭੇਲਿਆਂ, ਛੰਬਾਂ ਦੇ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕਰਿਆ ਕਰਦੇ ਸਨ। ਜੰਗਲਾਂ ਨੂੰ ਅੱਗ ਲਾ ਕੇ ਬੱਚਿਆਂ ਦੇ ਸਮੇਤ ਸਿੰਘਾਂ ਦੇ ਸੰਸਕਾਰ ਕਰ ਦਿੱਤੇ ਜਾਂਦੇ ਸਨ। ਛੇਰਾਂ, ਬਾਗ ਬਘੇਲਿਆਂ ਦੇ ਘੁਰਨਿਆਂ ਵਿੱਚ ਸਿੰਘ ਵੜਦੇ ਸਨ ਤੇ ਬਾਹਰੋਂ ਲੱਕੜਾਂ ਧੱਕ ਕੇ ਅੱਗ ਲਾ ਦਿੱਤੀ ਜਾਂਦੀ ਸੀ। ਹੱਡ ਵੀ ਨਹੀਂ ਸਨ ਮਿਲਦੇ। ਉਹਨਾਂ ਜ਼ਮਾਨਿਆਂ ਵਿੱਚ ਵੀ ਮਿਲ ਵਰਤਣੀਏ ਸਿੰਘ ਹੁੰਦੇ ਸਨ। ਸੋ ਤੁਰਕੜਿਆਂ ਦੇ ਨਾਲ ਮਿਲ ਕੇ ਆਪਣਾ ਕਾਰਜ ਕਰਿਆ ਕਰਦੇ ਸਨ। ਇਹ ਸਾਧ ਸੰਗਤ ਜੀ ਗੁਰੂ ਘਰ ਦੀ ਵੀ ਨੀਤੀ ਹੈ। ਐਸੇ ਬਚਨ ਗੁਰੂ ਪੰਥ ਦੇ ਗ੍ਰੰਥਾਂ ਵਿੱਚ ਆਉਂਦੇ ਹਨ। ਇਸ ਪ੍ਰਕਾਰ ਆਪ ਜੀ ਸੋ ਨੀਤੀ ਦੇ ਨਾਲ ਇਹ ਬੜਾ ਵੱਡਾ ਕਾਰਜ ਕਰ ਰਹੇ। ਇੱਥੋਂ ਤੱਕ ਕਥਾ ਪਿਛਲੇ ਦੀਵਾਨਾਂ ਵਿੱਚ ਆਪ ਜੀ ਨੇ ਸਭ ਵਿਸਥਾਰ ਸਰਵਣ ਕੀਤੀ ਸੀ। ਜਿਵੇਂ ਅੱਗੇ ਮਹਾਰਾਜ ਦੀ ਕਥਾ ਲੜੀਵਾਰ ਰੂਪ ਦੇ ਵਿੱਚ ਆ ਰਹੀ। ਆਓ ਜਿਤਨੇ ਵੀ ਮਾਈ ਭਾਈ ਬਿਰਧ ਬਾਲਕ गरीब नवाज महाराज जी की पवित्र गोद में सुभायमान होकर और दूरदर्शन दूर सरवण के जरिए देशा विदेशा प्रदेशा घर परिवारों के समेत महाराज की कथा सरवण कर रहे हो। भाई सतगुरां के पवित्र चरणों का ध्यान धरो। लड़ीवार अमृत स्वरूप गुरु इतिहास की विचार कथा के नाल जुड़ो जी। एकाग्रता बनाओ जी। रसना पवित्र करते हुए प्यार दे नाल गज के आखो जी सतनाम श्री वाहिगुरु जी। प्यार नाल फिर आखो जी सतनाम श्री वाहिगुरु जी। इत खब्बे सज्जे देख के आप जी बाहर आ गए हैं। कर कलीद जैसे कुल्फ लगावा। उस वेले कलीद ने चाबियां वाले कुंजियां वाले विशेष अधिकारी ने जिवें कुल्फ भाव जिंदरा
ਤਾਲਾ ਲਗਾਇਆ, ਲੋਕ ਲਾਇਆ ਹੈ। ਸੌਂਦੇ ਖਾਨ ਗਇਓ ਨਿਜ ਕਾਜ। ਉਸ ਵੇਲੇ ਸੌਂਦੇ ਖਾਨ ਜਿਹੜਾ ਦਰੋਗਾ ਸੀ, ਕਿਲੇ ਦਾ ਸੁਪਰੀਡੈਂਟ ਸੀ, ਉਹ ਵੀ ਆਪਣੇ ਕੰਮ ਕਾਰ ਚਲਾ ਗਿਆ। ਜਾਨ ਲੀਨ ਮਨ ਸਕਲ ਸਮਾਜ। ਤੇ ਬਹਾਦਰ ਬਾਬਾ ਬਿਧੀ ਚੰਦ ਜੀ ਸਾਹਿਬ ਜੀ ਨੇ ਸਾਰਾ ਕੁਝ ਜਾਣ ਲਿਆ, ਕਿਵੇਂ ਦਰਵਾਜ਼ਾ ਲੱਗਦਾ ਹੈ, ਕਿਵੇਂ ਦਰਵਾਜ਼ਾ ਖੁੱਲਦਾ ਹੈ। ਔਰ ਇਸ ਪ੍ਰਕਾਰ ਪੁਰਾਣੇ ਜ਼ਮਾਨਿਆਂ ਵਿੱਚ ਦਰਵਾਜ਼ੇ ਵੀ ਲਾਉਣ ਦੇ ਬੜੇ ਬੜੇ ਸੀਕ੍ਰੇਟ ਹੋਇਆ ਕਰਦੇ ਸਨ। ਕਿਸੇ ਮਹਾਂਪੁਰਖ ਦੇ ਕੋਲ ਗਏ, ਬੜੀ ਪੁਰਾਣੀ ਗੱਲ ਆ, 6 ਸਾਲ ਹੋ ਗਏ ਹੋਣਗੇ। ਉਹਨਾਂ ਨੇ ਆਪਣਾ ਕਮਰਾ ਬਣਾਇਆ ਸੀ, ਹਨਗੇ ਬੜੀ ਕਮਾਈ ਵਾਲੇ, ਰਹਿੰਦੇ ਗੁਪਤ ਨੇ ਉਹ ਪੰਜਾਬ ਦੇ ਵਿੱਚ ਕਿਸੇ ਜਗ੍ਹਾ ਤੇ। ਸੋ ਹਿੰਦੂ ਮਤ ਦੇ ਨੇ ਵੈਸੇ ਉਹ, ਪਰ ਸਭ ਧਰਮਾਂ ਦਾ ਵੱਡਾ ਭਾਰੀ ਸਤਿਕਾਰ ਕਰਦੇ, ਇੱਥੇ ਵੀ ਆਏ ਸਨ। ਉਹ ਬਹੁਤ ਪ੍ਰੇਮ ਕੀਤਾ। ਚਲੋ ਉਹਨਾਂ ਦੇ ਕਹਿਣ ਤੇ ਮੈਂ ਗਿਆ ਤੇ ਉਹਨਾਂ ਨੇ ਅਲਮਾਰੀਆਂ ਬਣਾਈਆਂ ਸਨ, ਇੱਕ ਵਿੱਚ ਕੱਪੜੇ, ਇੱਕ 'ਚ ਦਵਾਈ ਦਾਰੂ ਦਰਮਲ ਵੈਦਕ ਵੀ ਜਾਣਦੇ ਸੀ। ਉਹ ਅਲਮਾਰੀ ਖੋਲੀ, ਕੱਪੜੇ, ਤੇ ਜਦੋਂ ਅਲਮਾਰੀ ਖੋਲੀ ਵੇਖਣ ਨੂੰ ਕੱਪੜੇ ਹੀ, ਅਲਮਾਰੀ ਹੈ ਸਧਾਰਨ ਦਰਵਾਜ਼ਾ, ਪਰ ਉਹ ਥੱਲੇ ਉਹਨਾਂ ਨੇ ਭੋਰਾ ਪੁੱਟਿਆ ਹੋਇਆ ਸੀ, ਆਪ ਹੀ ਇਕੱਲਿਆਂ ਨੇ। ਵੇਲੇ ਬਹਿ ਕੇ ਪੁੱਟਦੇ ਰਹਿੰਦੇ ਸਨ ਗੁਪਤ ਪਹਿਰੇ ਵਿੱਚ, ਤੇ ਉੱਥੇ ਬਹਿ ਕੇ ਭਜਨ ਕਰਿਆ ਕਰਦੇ ਸਨ। ਬੜਾ ਕੁਝ ਉਹਨਾਂ ਨੇ ਗੁਪਤ ਆਪਣੇ ਕੋਲ ਰੱਖਿਆ ਸੀ। ਇਸ ਪ੍ਰਕਾਰ ਇਹ ਦਰਵਾਜ਼ੇ ਵੀ ਜਿਹੜੇ ਹੋਇਆ ਕਰਦੇ ਸਨ ਪੁਰਾਣੇ ਕਿਲਿਆਂ, ਰਾਜਿਆਂ ਮਹਾਰਾਜਿਆਂ ਦੇ, ਉਹ ਸਧਾਰਨ ਬੰਦੇ ਨੂੰ ਪਤਾ ਹੀ ਨਹੀਂ ਸੀ ਲੱਗਦਾ ਵੀ ਇਹ ਦਰਵਾਜ਼ਾ ਹੈ ਕਿ ਸ਼ਾਇਦ ਕੋਈ ਸੰਗ ਤਰਾਸ਼ੀ ਕੀਤੀ ਹੋਈ ਹੈ, ਕੋਈ ਪੱਥਰ ਹੈ, ਕੋਈ ਸਧਾਰਨ ਲੱਕੜ ਆ। ਇਸ ਤਰ੍ਹਾਂ ਦੇ ਵਰਤਾਰੇ ਹੋਇਆ ਕਰਦੇ ਸਨ ਪਹਿਲੇ ਜ਼ਮਾਨਿਆਂ 'ਚ। ਤੁਸੀਂ ਹਿਸਟਰੀ ਪੜ੍ਹੋਗੇ ਫਿਰ ਪਤਾ ਲੱਗੇਗਾ। ਤੋ ਕਿਵੇਂ ਦਰਵਾਜ਼ਾ ਖੁੱਲਦਾ ਹੈ, ਕਿਵੇਂ ਜਿੰਦਰਾ ਤੇ ਕਿੱਥੇ ਚਾਬੀ ਰੱਖਦੇ ਆ, ਕੌਣ ਚਾਬੀਆਂ ਵਾਲਾ ਅਧਿਕਾਰੀ ਹੈ, ਇਹ ਸਾਰਾ ਭੇਦ ਆਪ ਜੀ ਨੇ ਲਾਇਆ। ਨਿਜ ਕਰਤੇ ਕਲੀਦ ਜਹ ਰੱਖੀ। ਔਰ ਆਪਣੇ ਹੱਥਾਂ ਤੋਂ ਜਿਵੇਂ ਉਹ ਚਾਬੀ ਰੱਖੀ ਹੈ ਅਧਿਕਾਰੀ ਨੇ, ਸੋ ਪੀ ਥਾਏ ਕਸੇਰੇ ਲਖੀ। ਤੇ ਕਸੇਰੇ ਨੇ ਭਾਵ ਬਾਬਾ ਬਿਧੀ ਚੰਦ ਜੀ ਸਾਹਿਬ ਜੀ ਨੇ ਉਹ ਵੀ ਗੁਪਤ ਭੇਦ ਜਾਣਿਆ। ਦਿਵਸ ਬਿਤਾਏ ਪਇਓ ਅੰਧਕਾਰਾ। ਇਸ ਤਰ੍ਹਾਂ ਦਿਨ ਬਤੀਤ ਹੋਇਆ, ਰਾਤ ਹੋ ਗਈ। ਘਰ ਜੀਵਨ ਕੇ ਕੀਨ ਆਹਾਰਾ। ਤੋ ਇਸ ਪ੍ਰਕਾਰ ਰਾਤ ਦੇ ਸਮੇਂ ਬਾਬਾ ਜੀਵਨ ਜੀ ਸਾਹਿਬ ਜੋ ਸੋ ਰਾਮਗੜੀਏ ਤਰਖਾਣਾ ਦੇ ਵਿੱਚੋਂ ਸਨ, ਆਪ ਜੀ ਬਹੁਤ ਕਮਾਈ ਵਾਲੇ ਗੁਰਸਿੱਖ ਸਨ ਮਹਾਰਾਜ ਦੇ। ਉਹਨਾਂ ਦੇ ਘਰੇ ਜਾ ਕੇ ਪ੍ਰਸ਼ਾਦਾ ਛਕਿਆ। ਪਰਸੋਂ ਵੀ ਅਰਜ਼ ਕੀਤੀ ਸੀ, ਬਾਬਾ ਜੀ ਨੇ ਤੁਰਕਣਿਆਂ ਦੇ ਘਰ ਦੀ ਰੋਟੀ ਨਹੀਂ ਸੀ ਖਾਧੀ, ਆਪਣੀ ਮਰਜ਼ਾਦਾ ਦਾ ਆਪਣਾ ਭੋਜਨ ਛਕਿਆ ਕਰਦੇ ਸਨ ਗੁਰਸਿੱਖਾਂ ਦੇ ਘਰੋਂ। ਤੇ ਰਾਤ ਨੂੰ ਉਹਦੇ ਘਰੇ ਜਾ ਕੇ ਰੋਟੀ ਖਾਂਦੇ ਸਨ, ਚੋਰੀ ਭੇਸ ਵਡਾ ਕੇ, ਤੇ ਸਵੇਰ ਜੋਗੇ 2 ਪ੍ਰਸ਼ਾਦੇ ਕੱਚੇ ਮਾਰ ਲਿਆਉਂਦੇ ਸਨ। ਇਸ ਤਰ੍ਹਾਂ ਆਪ ਜੀ ਨੇ ਮਰਜ਼ਾਦਾ ਨਿਭਾਈ, ਤੁਰਕਾਂ ਦੇ ਕਿਲੇ ਵਿੱਚ ਰਹਿ ਕੇ ਵੀ। ਨਿਥਾ ਬਿਤਾਏ ਕਰ ਵਹਿਰ ਪਿਆਨਾ। ਰਾਤ ਉੱਥੇ ਬਤੀਤ ਹੋਈ, ਸਵੇਰੇ ਆਏ ਹਨ। ਖੁਰਚੀ ਦੂਬ ਦੇਖ ਸੁਭ ਥਾਨਾ। ਔਰ ਵਧੀਆ ਜਿਹੜਾ ਘਾਹ ਹੈ ਉਹਨੂੰ ਖੁਰਚਿਆ, ਘਾਹ ਖੋਦਿਆ ਹੈ, ਘਾਹ ਖੋਦਣ, ਸੋ ਵੱਟਾਂ ਤੋਂ ਘਾਹ ਖੋਦਣਾ ਤੇ ਵਧੀਆ ਵਧੀਆ ਤਰੇਲਿਆ ਘਾਹ ਔਰ ਝਾੜ ਕੇ ਝੰਬ ਕੇ ਲਿਆਉਣਾ। ਝੰਬਿਆ ਹੋਇਆ ਘਾਹ ਇਦਾਂ ਲੱਗੇ ਵੀ ਜਿਵੇਂ ਤਰੇਲ ਨਾ ਹੋ ਕੇ ਮੋਤੀ ਪਏ ਹੋਣ। ਇੰਨਾ ਸੋਹਣਾ ਸੋਹਣਾ ਵਧੀਆ ਕੂਲਾ ਕੂਲਾ ਘਾਹ, ਜਿਹਨੂੰ ਵੇਖ ਕੇ ਪਸ਼ੂਆਂ ਜਾਨਵਰਾਂ ਦੇ ਮੁਖ ਵਿੱਚੋਂ ਪਾਣੀ ਛੁੱਟ ਜਾਵੇ ਇੱਕ ਵਾਰ। ਉਹ ਘਾਹ ਲੈ ਕੇ ਆਏ ਹਨ। ਆਨ ਹਯਨ ਕੇ ਆਗੇ ਪਾਈ। ਉਹ ਝਾੜ ਝੰਬ ਕੇ ਸੋਹਣਾ ਸੁਥਰਾ ਸਾਫ਼ ਘਾਹ ਘੋੜਿਆਂ ਦੇ ਅੱਗੇ ਧਰਿਆ। ਹਰਖਤ ਧਾਰਤ ਸੇਵ ਸਵਾਈ। ਬੜੇ ਖੁਸ਼ ਹੁੰਦੇ, ਉੱਚੀ ਉੱਚੀ ਕਹਿੰਦੇ, ਧੰਨ ਸੱਚਾ ਪਾਤਸ਼ਾਹ, ਧੰਨ ਸੱਚੇ ਪਾਤਸ਼ਾਹ ਦੇ ਘੋੜੇ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਨਾਮ ਤੇ ਲੈ ਨਹੀਂ ਸਕਦੇ, ਤੇ ਇਹ ਨਾਮ ਦੇ ਵੀ ਪਹਿਲਾਂ ਭੇਦ ਹੋਇਆ ਕਰਦੇ ਸੀ। ਇੱਕ ਪੁਰਾਣੀ ਚਿੱਠੀ ਬਾਰੇ ਦਾਸ ਨੇ ਸੁਣਿਆ ਸੀ, ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਨਾਂ ਨੇ ਸ਼ਹੀਦ ਭਗਤ ਸਿੰਘ ਨੂੰ ਇੱਕ ਚਿੱਠੀ ਲਿਖੀ ਸੀ ਜੇਲ੍ਹ ਵਿੱਚ। ਚਿੱਠੀ ਲਿਖੀ, ਉਹਨਾਂ ਜ਼ਮਾਨਿਆਂ 'ਚ ਸਿੰਘਾਂ ਦੀਆਂ ਚਿੱਠੀਆਂ ਨਹੀਂ ਸਨ ਜਾਣ ਦਿੰਦੇ, ਪਰ ਪੰਡਤਾਂ ਪੁੰਡਤਾਂ ਦੀਆਂ ਚਿੱਠੀਆਂ ਜਾਂਦੀਆਂ ਸੀ। ਤੇ ਚਿੱਠੀ ਵਿੱਚ ਉਹਨਾਂ ਨੇ ਆਪਣਾ ਨਾਮ ਕੀ ਲਿਖਿਆ, ਪੰਡਿਤ ਚੇਤਨ ਬਿਲਾਸ ਹਰੀ। ਫਿਰ ਸੁਣੋ, ਪੰਡਿਤ ਚੇਤਨ ਬਿਲਾਸ ਹਰੀ। ਗਿਆਨੀ ਨੂੰ ਪੰਡਿਤ ਕਹਿੰਦੇ ਨੇ, ਜਿਵੇਂ ਸਾਡੇ ਗਿਆਨੀ ਹੁੰਦੇ ਨੇ, ਹਿੰਦੂਆਂ 'ਚ ਪੰਡਿਤ ਹੁੰਦੇ ਨੇ। ਪੰਡਿਤ ਕਹਿ ਲਓ, ਗਿਆਨੀ ਕਹਿ ਲਓ, ਇੱਕੋ ਹੀ ਗੱਲ ਹੈ। ਜਿਵੇਂ ਆਬ ਕਹਿ ਲਓ, ਪਾਣੀ ਕਹਿ ਲਓ, ਵਾਟਰ ਕਹਿ ਲਓ, ਜਲ ਕਹਿ ਲਓ, ਇੱਕੋ ਹੀ ਗੱਲ, ਭਾਸ਼ਾਵਾਂ ਵੱਖਰੀਆਂ ਨੇ। ਤੇ ਚੇਤਨ ਭਾਵ ਗੁਰ, ਚੇਤਨ ਦੇ ਅਰਥ ਹੁੰਦਾ ਗੁਰ, ਗੁਰ ਦੇ ਅਰਥ ਹੁੰਦਾ ਚੇਤਨ ਸੰਸਕ੍ਰਿਤ। ਤੇ ਬਿਲਾਸ ਮਤਲਬ ਬਚਨ। ਕਹਿੰਦੇ ਬਚਨ ਬਿਲਾਸ ਕਰ ਰਿਹਾ ਜੀ ਫਲਾਣਾ, ਅਜੇ ਬਚਨ ਬਿਲਾਸ ਚੱਲ ਰਹੇ ਨੇ, ਬਾਅਦ ਚ ਮਿਲਿਓ ਅਖੇ। ਬਿਲਾਸ ਮਤਲਬ ਬਚਨ। ਤੇ ਹਰੀ ਕਹਿੰਦੇ ਨੇ ਸਿੰਘ ਨੂੰ।
जिवें हुंदा ना, ये बोला हरगोबिंद का सुनो खालसा वीर। हरगोबिंद मतलब गोबिंद हर गोबिंद सिंह, इस तरह पंडित चेतन विलास हरी ज्ञानी गुरबचन सिंह सीधे अर्थां विच। इस तरह ये लुप्त नाम होया करते सन। जिवें गुरु दसवें पातशाह मान ने दसम महाराज की बाणी विच अपने नाम नूं राम श्याम ये नाम लिखे ने, वो अर्थ करके इक्को ही गल बनती। जिवें वो बचपन की एक कथा चेते आ गई, असी विद्या पढ़ते सी, ज्ञानी गुरनाम सिंह जी पंजोखरे वाले बहुत विद्वान सन, गतकई भी सन, एक हत्थ उन्हां दा सवाया सी, बावजूद ये एक नंबर के गतकई सन, चाला मार गए ने, बजुर्ग सन। संत ज्ञानी करतार सिंह जी तो लैके उन्होंने बहुत सेवा की, विद्या पढ़ी। असी भजंगी सी, बच्चे सी, ते घरे जाण दा बड़ा शौक हुंदा सी भी छोटे छोटे सीगे, माँ प्यो दे कोल जाण दा इस तरह बच्चों नूं हुंदा है, विद्यालय च रहण वालियां नूं, क्योंकि हमेशा जथे च ही रहना। उन्होंने सानू एक सवाल पाया, कथा सिखदे सी असीं, कहंदे जे तुसीं इहदा जवाब दे दिओ ते तुहानूं छुट्टी दित्ती जावेगी। वैसे छुट्टी 6 महीनों बाद मिलदी सी जथे विचों, भी तुहानूं छुट्टी दित्ती जावेगी ते किराया भी देंगे घर जाण दा, हफ्ते की छुट्टी देंगे जे तुसीं सवाल का जवाब दे दिओ। असीं 2 सिंह सीगे, दास ते ज्ञानी बलजीत सिंह, हुण अपनी किरत विरत करते हैं, कथा छड्ड गए, वैसे वो मेरे तो सीनियर सन। उन्होंने सानू सवाल पाया भी 2 जनानियां आपस में सहेलियां सन, ते एक जनानी दूजी जनानी नूं पुछण लगी भी कुड़े तेरा पति गया सी बाजार ते की लैके आया तेरे लिए, दस मैनू। वो कहंदी भी अजा सहेरी शब्द लै गज अखर लै अंत, अजा सहेरी शब्द लै गज अखर लै अंत, 100 तरकारी लियाओ सखी मारो कंत। भी कहते जे तुसीं दस दिओ भी ये सब्जी काहदी आ, छुट्टी भी दे देंगे तुहानूं ते किराया भी दे देंगे, खुशे देंगे तुहानूं, हफ्ता फिर तुर आयो जिथे मर्जी। बड़ा असीं मत्था मारिया पर गल ना बनी। उदों असीं पढ़दे सी, अजे बहुता कुछ नहीं सी हासिल, ते वैसे भी ये उस्तादां दीयां गल्लां ते उस्ताद ही जानन, ते कई वारी जानन दे बावजूद भी सानूं नहीं बुझणियां चाहीदियां। ਉਹਦੇ ਵਿੱਚ भी उन्हां दा खुशा ही हुंदा है, ਉਹਦੇ ਵਿੱਚ भी बख्शिश ही हुंदी आ। सो कहंदे जे ना दस पाए फिर हस के कहंदे भी तुहानूं सानूं फ्रूट खवाउणे पैणे आ। असीं अखंड पाठ कर लैंदे सी, कदे कदे रौल ला लैंदे सी अपने खर्चे वर्चे जोगी, कहंदे सी तुहानूं सानूं फ्रूट खवाउणे पैणे आ। फलां दे बड़े शौकीन सन ਉਹ, ते बड़ा असीं जोर जूर लाया पर गल ना बनी, असीं हार गए। कहंदे कल नूं आ जाओ, कल नूं दस देंगे, होर जोर ला लो, नहीं गल बनी जी। तो फिर कह लगे अजा सहेरी शब्द लै। अजा कहते ने बकरा जां बकरी, ते सहेरी कहिए सहेली। बकरी दी सहेली है भेड़, ते भेड़ दा शब्द की है मैं। अजा सहेरी शब्द लै, बकरी दी सहेली दा शब्द ले लो। ਉਹਦਾ शब्द इक्को ही है, उन्हें और कुछ नहीं बोलना। आवाज़ हैगी जानवरां दे कोल पर अल्फाज नहीं है। गधे का इक्को ही शब्द है, कुत्ते का इक्को ही शब्द है, कां का इक्को ही शब्द है, मनुख के कोल वख-वख शब्द है और कई भाषावां ने, और नेड़े नेड़े भाषावां नहीं रलदियां। माझे की अपनी भाषा, चलो घट फासला, इधर यूरोप विच कोई फासला नहीं, इटालीयन और इस प्रकार जर्मनी दिन रात का फासला, दिन रात का फासला है, नेड़े तेड़े ही इक्को ही खाण पीण पहरान सब कुछ एक, पर भाषा नहीं मिलती, शब्द बड़े बड़े ने। और फ्रेंच जिहड़ी है वो इटालीयन दे नाल नहीं मिलती, है सारे यूरोप यूनीयन ही। उन्हां दे कोल इक्को ही शब्द है जानवरां दे कोल। ते अजा सहेरी शब्द लै ते गज अखर लै अंत। गज कहंदे ने हाथी, हाथी दा अखीरला अखर ले लो, हा छड्ड दो, मगर की बनिया थी, दोने जोड़ लो, की बनिया मेथी। पता नहीं कई खांदे कई नहीं खांदे, कईयां नूं पसंद कईयां नूं नहीं पसंद। कहंदे पट्ठे दे हैगे मैं नहीं खानी, कुछ होर बनाओ। अजा सहेरी शब्द लै गज अखर लै अंत, 100 तरकारी लाओ सखी मारो कंत। कहंदे वो तरकारी वो सब्जी लैके आया मेरा कंत, आखे खानी ते खाला, मैं रिंध के बनाई हुई, नाल दही भी आ, सुक्की सब्जी लंघदी नहीं। तो इस प्रकार ये लुप्तियां हैं, ये सीक्रेट हैं, जेडे समझे ते ही जाने जाते हैं।
ਜਿਹਨੂੰ ਪਤਾ ਉਹਨੂੰ ਹੀ ਪਤਾ, ਜਿਵੇਂ ਬੁਝਾਰਤਾਂ ਹੁੰਦੀਆਂ ਸਨ, ਪਹਿਲੀਆਂ ਮੁਦਾਵਣੀਆਂ ਹੁੰਦੀਆਂ ਸਨ। ਇਸ ਪ੍ਰਕਾਰ ਤੋਂ ਬਹਾਦਰ ਬਾਬਾ ਬਿਧੀ ਚੰਦ ਜੀ ਸਾਹਿਬ ਸੇਵਾ ਕਰਦੇ, ਹਰਖਤ ਧਾਰਤ ਸੇਵ ਸਵਾਈ, ਖੁਸ਼ ਹੁੰਦੇ, ਨਾਲੇ ਉੱਚੀ ਉੱਚੀ ਕਹਿੰਦੇ ਆਖੇ ਧੰਨ ਸੱਚਾ ਪਾਤਸ਼ਾਹ, ਧੰਨ ਸੱਚੇ ਪਾਤਸ਼ਾਹ ਦੇ ਘੋੜੇ। ਜੀ ਹਾਂ, ਧੰਨ ਸੱਚਾ ਪਾਤਸ਼ਾਹ, ਧੰਨ ਸੱਚੇ ਪਾਤਸ਼ਾਹ ਦੇ ਘੋੜੇ, ਉੱਚੀ ਉੱਚੀ ਜਪਣ। ਤੇ ਸੱਚਾ ਪਾਤਸ਼ਾਹ ਕੌਣ ਆ ਤੇ ਸੱਚੇ ਪਾਤਸ਼ਾਹ ਦੇ ਧੰਨ ਘੋੜੇ ਕੌਣ ਨੇ? ਇਹ ਤੇ ਬਹਾਦਰ ਬਾਬਾ ਬਿਧੀ ਚੰਦ ਜੀ ਸਾਹਿਬ ਜੀ ਨੂੰ ਪਤਾ ਜਾਂ ਤੁਹਾਨੂੰ ਪਤਾ? ਉਹਨਾਂ ਤੁਰਕੜਿਆਂ ਨੂੰ ਕਿਵੇਂ ਪਤਾ? ਉਹਨਾਂ ਦੀ ਜਾਣੇ ਬਲਾ। ਦੇਖ ਦਰੋਗੇ ਗਿਰਾ ਉਚਾਰੀ, ਉਸ ਵੇਲੇ ਦਰੋਗੇ ਨੇ ਦੇਖ ਕੇ ਬਚਨ ਆਖਿਆ, ਤੁਹੀਂ ਕੇਸਰੀ ਦੇ ਨਿਹਾਰੀ। ਔਰ ਕਿਹਾ ਕਿ ਕਸੇਰਿਆ, ਅੱਜ ਤੋਂ ਬਾਅਦ ਤੂੰ ਨਿਹਾਰੀ ਦਿਆ ਕਰ। ਨਿਹਾਰੀ ਕਹਿੰਦੇ ਨੇ ਸਵੇਰ ਦਾ ਭੋਜਨ, ਜਿਹੜਾ ਤੜਕੇ ਤੜਕੇ ਘੋੜਿਆਂ ਨੂੰ ਦਿੱਤਾ ਜਾਂਦਾ, ਵੀ ਅੱਜ ਤੋਂ ਬਾਅਦ ਨਿਹਾਰੀ ਦੇਣ ਦੀ ਜ਼ਿੰਮੇਵਾਰੀ ਵੀ ਤੇਰੀ ਹੈ। ਖਾਨ ਪਾਨ ਤੁਰੰਗਨ ਕੋ ਸਾਰਾ, ਔਰ ਘੋੜਿਆਂ ਦਾ ਖਾਣ ਪੀਣ ਪਹਿਰਾਣ ਦਾ ਸਾਰਾ ਇੰਤਜ਼ਾਮ ਤੇਰੀ ਸੇਵਾ ਤੋਂ ਤਰੁੱਠ ਕੇ, ਤੂੰ ਘੋੜਿਆਂ ਨੂੰ ਵੀ ਧੰਨ ਕਹਿਣਾ ਸੀ ਤੇ ਕਦੀ ਕਿਹਾ ਨਹੀਂ, ਇਹ ਤੇਰੀ ਸੇਵਾ ਤੋਂ ਤਰੁੱਠ ਕੇ ਜਾ ਤੈਨੂੰ ਸਾਰੇ ਅਧਿਕਾਰ ਦਿੱਤੇ। ਦੇਹੋ ਤੁਹੀਂ ਲਿਓ ਨਿਸ ਦਿਨ ਸਾਰਾ, ਔਰ ਕਿਹਾ ਕਿ ਦਿਨ ਰਾਤ ਇਹ ਸਾਰੀ ਸੇਵਾ ਤੂੰ ਕਰ, ਇਹ ਸਾਰੀ ਜ਼ਿੰਮੇਵਾਰੀ ਤੇਰੀ ਹੈ ਭਾਈ। ਵਿਦਿਆ ਦੇਨ ਲਗਿਓ ਤਬ ਤੈਸੇ, ਭਾਈ ਬਿਧੀ ਚੰਦ ਜੀ ਸਾਹਿਬ ਨਿਹਾਰੀ ਦੇਣੀ, ਘੋੜਿਆਂ ਦੀ ਸੇਵਾ ਕਰਨੀ, ਕਰਨ ਲੱਗੇ। ਆਗੇ ਸੇਵਕ ਚਾਰਤ ਜੈਸੇ, ਅੱਗੇ ਜਿਵੇਂ ਸੇਵਕ ਹੋਰ ਵਿਸ਼ੇਸ਼ ਅਹਿਲਕਾਰ ਨਿਹਾਰੀ ਦਿੰਦੇ ਸਨ, ਉਵੇਂ ਆਪ ਜੀ ਦੇਣ ਲੱਗੇ ਹਨ। ਲੈਨੀ ਖਾਨ ਪਾਨ ਸੁਧ ਸਾਰੀ, ਇਸ ਤਰ੍ਹਾਂ ਲੈ ਲੈ ਕੇ ਖਾਣ ਪੀਣ ਦੀ ਸਾਰੀ ਖਬਰਸਾਰ। ਘਰੇ ਪ੍ਰੇਮ ਕੋ ਸਰਬ ਸੰਭਾਰੀ, ਔਰ ਪ੍ਰੇਮ ਧਾਰਨ ਕੀਤਾ ਤੇ ਬਾੜੀ ਸਾਰੀ ਸਾਰ ਸੰਭਾਲ ਆਪ ਜੀ ਕਰਦੇ ਹਨ। ਜਬੈ ਕਸੇਰੇ ਹੈ ਰਹਿ ਘੋਰੇ, ਜਿਸ ਵੇਲੇ ਕਸੇਰੇ ਨੇ ਵੇਖੇ ਹਨ ਘੋੜੇ, ਇਹ ਨਾਵੈ ਉਰ ਮੁਦਤ ਨ ਥੋਰੇ। ਤੇ ਬਾਬਾ ਬਿਧੀ ਚੰਦ ਜੀ ਸਾਹਿਬ ਜੀ ਨੂੰ ਦੇਖ ਕੇ ਘੋੜੇ ਦੂੜੋਂ ਹੀ ਹਿਣਕਣ ਲੱਗ ਜਾਂਦੇ ਨੇ, ਸਿਰ ਮਾਰਦੇ ਨੇ, ਖੁਰ ਮਾਰਦੇ ਹਨ। ਲਗ ਸੇਵਾ ਹੋਰ ਉਠਾਵਤ ਪਿਕ ਕਰ ਆਗੇ, ਔਰ ਕਿਹਾ ਕਿ ਇਹਨੂੰ ਵੇਖ ਕੇ ਤੇ ਪੌੜ ਉਠਾਉਣ ਲੱਗ ਜਾਂਦੇ ਨੇ, ਖੁਰੇ ਕੋਈ ਸਤਕ ਸਾਤੀ ਕਹਿੰਦੇ ਹੋਣ। ਬਦਨ ਬਿਲੋਚਨ ਪਰ ਕਰ ਫੇਰ, ਇਸ ਤਰ੍ਹਾਂ ਬਦਨ ਚਿਹਰੇ ਤੇ ਬਲੋਚਨ ਨੇਤਰਾਂ ਤੇ ਹੱਥ ਫੇਰਦੇ ਹਨ ਬਾਬਾ ਬਿਧੀ ਚੰਦ ਜੀ ਸਾਹਿਬ। ਦੇਤ ਦਿਲਾਸਾ ਬੋਲ ਕਨੇਰ, ਔਰ ਬੜਾ ਹੌਸਲਾ ਦਿੰਦੇ ਕੰਨ ਵਿੱਚ, ਕਹਿੰਦੇ ਫਿਕਰ ਨਾ ਕਰੋ, ਤੁਹਾਨੂੰ ਤੁਹਾਡੀ ਜਗ੍ਹਾ ਤੇ ਲੈ ਕੇ ਜਾਵਾਂਗਾ, ਤੁਹਾਡੇ ਤੇ ਕੋਈ ਅਸਵਾਰੀ ਨਹੀਂ ਕਰੇਗਾ, ਈਦ ਤੋਂ ਪਹਿਲਾਂ ਪਹਿਲਾਂ ਇਹਨਾਂ ਦੇ ਘਰ 'ਚ ਹਨੇਰਾ ਕਰਕੇ ਜਾਵਾਂਗਾ, ਚਿੰਤਾ ਨਾ ਕਰੋ, ਤੁਸੀਂ ਸੱਚੇ ਪਾਤਸ਼ਾਹ ਦੇ ਘੋੜੇ ਹੋ ਤੇ ਸੱਚੇ ਪਾਤਸ਼ਾਹ ਹੀ ਅਸਵਾਰੀ ਕਰੇਗਾ। ਮਾਲ ਸਿਕਰ ਹੈ ਪਹਿਰ ਹਥਵਾਈ, ਤੇ ਹਥਵਾਈ ਸੋ ਕਵਰ ਜਿਹਾ ਕਹਿ ਲਓ ਅੱਜ ਦੀ ਭਾਸ਼ਾ ਵਿੱਚ, ਦਸਤਾਨਾ ਜਿਹਾ ਉਹ ਪਾ ਕੇ ਘੋੜਿਆਂ ਦੇ ਸਰੀਰ ਤੇ ਮਾਲਿਸ਼ ਉਹ ਕੀਤੀ ਜਾਂਦੀ ਸੀ। ਪਰਸਮੀ ਦਾਸ ਨੇ ਆਖਿਆ ਸੀ ਘੋੜਿਆਂ ਦੇ ਸਰੀਰ ਚੋਂ ਜਿਹੜਾ ਪਸੀਨਾ ਨਿਕਲਦਾ ਨਾ, ਉਹ ਮਨੁੱਖੀ ਸਰੀਰ ਦੀ ਜਿਹੜੀ ਚਮੜੀ ਆ, ਸਕਿਨ ਆ, ਉਹਦੇ ਉੱਪਰ ਉਹ ਅਸਰ ਕਰਦਾ ਹੁੰਦਾ ਥੋੜ੍ਹਾ ਬਹੁਤਾ। ਕਈ ਵਾਰੀ ਜਿਹਨੂੰ ਆਪਾਂ ਆਮ ਭਾਸ਼ਾ 'ਚ ਕਹਿੰਦੇ ਆ ਲਾਗਾ ਜਿਹਾ ਲੱਗਣਾ, ਜਾਂ ਇਸ ਤਰ੍ਹਾਂ ਉਹਦਾ ਰੰਗ ਵੀ ਨਹੀਂ ਉਤਰਦਾ ਹੁੰਦਾ ਛੇਤੀ ਕੀਤਿਆਂ, ਇਸ ਕਰਕੇ ਉਹ ਦਸਤਾਨਾ ਜਿਹਾ ਕਵਰ ਜਿਹਾ ਪਾ ਲਿਆ ਕਰਦੇ ਸਨ ਲੋਕ ਮਾਲਿਸ਼ ਇਤਿਆਦਿ ਕਰਨ ਵਾਸਤੇ, ਤਾਂ ਕਿ ਉਹਨਾਂ ਦੀ ਜੱਤ ਵਿੱਚ ਫਸਿਆ ਹੋਇਆ ਕੋਈ ਕਿਸੇ ਤਰ੍ਹਾਂ ਦਾ ਕੰਕਰੀਟ ਇਤਿਆਦਿਕ, ਕੋਈ ਲੋਹੇ ਦੀ ਇਤਿਆਦਿਕ ਚੀਜ਼ ਹੱਥ 'ਤੇ ਵੀ ਨਾ ਚੁਭੇ, ਸੇਫਟੀ ਬਣੀ ਰਹੇ, ਹੋਰ ਵੀ ਕਈ ਕਾਰਨ। ਇਸ ਪ੍ਰਕਾਰ ਉਹ ਕਵਰ ਪਾ ਕੇ, ਦਸਤਾਨਾ ਪਾ ਕੇ ਘੋੜਿਆਂ ਦੇ ਸਰੀਰ ਦੀ ਮਾਲਿਸ਼ ਕਰਦੇ ਹਨ। ਨਕ ਸਿਕਲੋ ਤਨ ਦੈ ਦਮਕਾਈ, ਔਰ ਕਹਿੰਦੇ ਨੋਹ ਤੋਂ ਲੈ ਕੇ ਤੇ ਸਿਰ ਤੱਕ, ਖੁਰਾਂ ਤੱਕ ਲੈ ਕੇ ਕੰਨਾਂ ਤੱਕ ਪੂਰੀ ਸੇਵਾ ਕਰਦੇ। ਚਮਕਾਏ ਹੋਏ ਨੇ ਘੋੜੇ, ਦੂਰੋਂ ਹੀ ਚਮਕਦੇ ਹਨ। ਖਿੰਗਰ ਏਕ ਬਹਿਰ ਤੇ ਆਨ, ਰੋਜ਼ ਇੱਕ ਖਿੰਗਰ, ਉਹ ਪੱਕਿਆ ਹੋਇਆ ਪੱਥਰ ਆਵੇ ਦੇ ਵਿੱਚੋਂ ਇੱਟਾਂ ਦਾ ਬਣਿਆ ਹੋਇਆ, ਉਹਨੂੰ ਖਿੰਗਰ ਕਹਿੰਦੇ ਨੇ, ਮਾਝੇ ਦੀ ਭਾਸ਼ਾ ਇਹਦਾ ਸ਼ਬਦ ਆ। ਤੇ ਅੱਜ ਕੱਲ੍ਹ ਵੀ ਲੋਕ ਜਦੋਂ ਕਿਸੇ ਨੇ ਇਮਾਰਤ ਪਾਉਣੀ ਹੋਵੇ ਤੇ ਨੀਹਾਂ ਪੁੱਟ ਕੇ ਰੋੜੀ ਇਤਿਆਦਿਕ, ਖਿੰਗਰ ਇਤਿਆਦਿਕ, ਉਹ ਭੱਠਿਆਂ ਤੋਂ ਅਕਸਰ ਹੀ ਤੁਹਾਨੂੰ ਸਸਤੇ ਰੇਟ ਤੇ ਮਿਲ ਜਾਂਦੀ ਹੈ। ਉਹ ਟੁੱਟ ਫੁੱਟ ਕਹਿ ਲਓ, ਕਾਲੀ ਹੋ ਜਾਂਦੀ ਆਵਿਆਂ ਦੇ ਵਿੱਚੋਂ, ਉਹਨੂੰ ਖਿੰਗਰ ਕਹਿੰਦੇ ਨੇ, ਪੱਥਰ ਕਹਿ ਲਓ। ਮਾਝੇ ਦੀ ਭਾਸ਼ਾ ਦਾ ਇਹ ਸ਼ਬਦ ਹੈ, ਅੰਮ੍ਰਿਤਸਰ ਸਾਹਿਬ ਦੀ ਬੋਲੀ ਹੈ। ਤੋ ਇੱਕ ਖਿੰਗਰ ਭਾਵ ਇੱਕ ਪੱਥਰ ਰੋਜ਼ ਘਾਹ ਦੇ ਵਿੱਚ ਵਲੇਟ ਕੇ
ਆਪ ਜੀ ਲਿਆਉਂਦੇ ਸਨ। ਆਧੀ ਰਾਤ ਪਰੀ ਜਬ ਜਾਣੈ, ਅੱਧੀ ਰਾਤ ਮਤਲਬ 12 ਵਜੇ ਹੋਏ ਆਪ ਜੀ ਜਾਣਦੇ ਹਨ। ਬੜੇ ਬੇਗ ਤੇ ਨਦੀ ਗਿਰਾਵੈ, ਉਸ ਵੇਲੇ ਕਿਲੇ ਦੀ ਦੀਵਾਰ ਤੋਂ ਨਦੀ ਵਾਲੇ ਪਾਸੇ ਸਤਨਾਮ ਵਾਹਿਗੁਰੂ ਕਹਿ ਕੇ ਉਹ ਖੰਗਰ ਪੱਥਰ ਸੁੱਟ ਦਿੰਦੇ ਹਨ। ਜਲ ਉਛਾਲ ਕਰ ਨਾਦ ਉਠਾਵੈ, ਜਲ ਦਾ ਉਛਾਲ ਹੁੰਦਾ ਹੈ, ਪਾਣੀ ਵਿੱਚੋਂ ਆਵਾਜ਼ ਆਉਂਦੀ ਹੈ ਭਾਰੀ। 3-4 ਦਿਨ ਜਾਗ ਨਿਹਾਰੇ, ਜਿਹੜੇ ਪਹਿਰੇਦਾਰ ਸਨ, ਜਿਵੇਂ ਕੱਲ ਪਰਸੋਂ ਦੀ ਕਥਾ ਵਿੱਚ ਵੀ ਆਪ ਜੀ ਨੇ ਸੁਣਿਆ ਸੀ ਕਿ ਉਹ ਪਹਿਰੇਦਾਰ ਸੋਚਦੇ ਖੁਰੇ ਕੋਈ ਚੜ੍ਹ ਤਾਂ ਨਹੀਂ ਆਇਆ, ਕੋਈ ਨਦੀ ਤਾਂ ਨਹੀਂ ਟੱਪ ਰਿਹਾ ਹੈ। ਸੋ ਪਹਿਲਾਂ ਖਾਈਆਂ ਵੀ ਬਣਾਈਆਂ ਹੋਈਆਂ ਸਨ ਕਿਲਿਆਂ ਦੇ, ਜਾਂ ਕਿਲੇ ਨਦੀਆਂ ਦੇ ਕਿਨਾਰੇ ਤੇ ਹੋਇਆ ਕਰਦੇ ਸਨ, ਤਾਂ ਕਿ ਕੋਈ ਨਦੀ ਵਿੱਚ ਪ੍ਰਵੇਸ਼ ਕਰਕੇ ਕਿਲੇ ਦੇ ਅੰਦਰ ਨਾ ਜਾਵੇ, ਜਾਂ ਪਾਣੀ ਆਦਿਕ ਦਾ ਇੰਤਜ਼ਾਮ ਬਣਿਆ ਰਹੇ। ਇਹ ਕਈ ਤਰ੍ਹਾਂ ਦੇ ਕਾਰਨ ਹੁੰਦੇ ਸਨ। ਅੱਜ ਵੀ ਪੁਰਾਣੇ ਕਿਲੇ, ਗਵਾਲੀਅਰ ਦਾ ਕਿਲਾ ਦੇਖ ਲਓ, ਇਹਦੇ 'ਚ ਫਿਰ ਅੱਜ ਵੀ ਖਾਈ ਹੈਗੀ ਆ। ਤਾਂ ਇਸ ਪ੍ਰਕਾਰ ਉਹ ਖਿੰਗਰ ਸੁੱਟ ਦਿਆ ਕਰਦੇ ਸਨ। ਤੇ ਪਹਿਲੇ ਦਿਨ ਤੇ ਪਹਿਰੇਦਾਰਾਂ ਨੇ ਬੜੀ ਸਿਕਿਉਰਿਟੀ ਦੇਖੀ, ਅੱਗਾ ਪਿਛਾ ਮਸ਼ਾਲਾਂ ਮਸ਼ੂਲਾਂ ਜਗਾ ਕੇ ਦੇਖਿਆ ਵੀ ਖੁਰੇ ਕੋਈ ਸੁਰੱਖਿਆ ਦੇ ਵਿੱਚ ਤਾਂ ਨਹੀਂ ਢਲਿਆਈ ਹੈਗੀ। ਦੂਜੇ ਦਿਨ ਉਸ ਤੋਂ ਜ਼ਿਆਦਾ ਵੇਸਲੇ ਹੋ ਗਏ, ਤੀਜੇ ਦਿਨ ਉਸ ਤੋਂ ਜ਼ਿਆਦਾ। ਹੁਣ ਉਹ ਬਿਲਕੁਲ ਸਧਾਰਨ ਹੋ ਗਏ ਹਨ। ਕੁਛ ਨਾ ਲਖੈ ਸੁਪਤ ਹੋਏ ਸਾਰੇ, ਸੁੱਤੇ ਰਹਿੰਦੇ ਨੇ, ਕਹਿੰਦੇ ਚਲ ਕੋਈ ਗੱਲ ਨਹੀਂ, ਹੁਰੇ ਹੋਵੇਗਾ ਕੋਈ ਰੌਲਾ ਰੱਪਾ। 15 ਦਿਵਸ ਕਰਤ ਇਮ ਰਹਿਓ, ਇਸ ਤਰ੍ਹਾਂ 15 ਦਿਨ ਲਗਾਤਾਰ ਆਪ ਜੀ ਨੇ ਖਿੰਗਰ ਪੱਥਰ ਜਿਹੜਾ ਹੈ ਉਹ ਸੁੱਟਿਆ ਹੈ। ਉਹ ਜਲ ਜੰਤੂ ਹੋਏ ਅਸ ਲਹਿਓ, ਉਹਨਾਂ ਨੇ ਜਾਣਿਆ ਵੀ ਕੋਈ ਜਲ ਜੰਤੂ ਹੋਵੇਗਾ, ਕੋਈ ਮੱਛੀ ਹੋਵੇਗੀ ਤੜਫ ਕੇ ਛਾਲ ਮਾਰਦੀ ਹੋਵੇਗੀ, ਕੋਈ ਮਗਰਮੱਛ ਹੋਵੇਗਾ। ਐਸਾ ਕਾਰਨ ਜਾਣ ਕੇ ਕਿ ਰੌਲਾ ਰੱਪਾ ਹੋਵੇਗਾ ਕਿਸੇ ਜਾਨਵਰ ਦਾ, ਕਿਸੇ ਜਨੌਰ ਦਾ, ਤਾਂ ਕਰਕੇ ਉਹ ਚੁੱਪ ਰਹਿੰਦੇ ਹਨ। ਬੋਹਰ ਦੇਖਬੋ ਨਾਹਿਨ ਕਰੈ, ਉਸ ਤੋਂ ਬਾਅਦ ਹੁਣ ਦੇਖਣਾ ਹੀ ਬੰਦ ਕਰ ਦਿੱਤਾ। ਜਦੋਂ ਪੱਥਰ ਦੀ ਆਵਾਜ਼ ਆਉਂਦੀ ਹੈ, ਖੜਖੜ ਦੀ ਆਵਾਜ਼ ਆਉਂਦੀ ਹੈ, ਚੁੱਪ ਹੋ ਜਾਂਦੇ ਨੇ ਕਿ ਚਲੋ ਰੋਜ਼ ਦਾ ਕੰਮ ਹੈ, ਕੋਈ ਜਲ ਜੰਤੂ ਹੋਵੇ। ਪਹਿਰਾ ਦੇ ਤੇ ਪਾਹਰੂ ਪਰ, ਪਹਿਰੇਦਾਰ ਜਿਹੜੇ ਨੇ ਆਪਣਾ ਪਹਿਰਾ ਦੇਈ ਜਾਂਦੇ ਨੇ ਬਰਛਾ ਹੱਥ ਵਿੱਚ ਲੈ ਕੇ। ਘੋੜਾ ਲੈ ਨਿਕਸਨ ਬਲ ਭਾਰੀ, ਤੇ ਘੋੜਾ ਲੈ ਕੇ ਨਿਕਲ ਜਾਣਾ, ਛਲਾਂਗ ਮਰਾਉਣੀ, ਘੋੜੇ ਦੀ ਦੀਵਾਰ ਨੂੰ ਟਪਾਉਣਾ। ਵੈਸੇ ਬੜੀ ਵੱਡੀ ਗੱਲ ਆ, ਘੋੜੇ ਵਿੱਚ ਤੇ ਤਾਕਤ ਚਾਹੀਦੀ ਆ, ਸਵਾਰ ਵਿੱਚ ਵੀ ਦਮ ਚਾਹੀਦਾ ਛਲਾਂਗ ਮਰਾਉਣ ਲਈ। ਤੋ ਬੜੇ ਭਾਰੀ ਬਲ ਦੇ ਨਾਲ ਘੋੜਾ ਲੈ ਕੇ ਭੱਜਣਾ, ਛਲਾਂਗ ਮਰਾਉਣੀ। ਅਚਰਜ ਕਰਬੇ ਸਭਿਨ ਮਜਾਰੀ, ਸਾਰਿਆਂ ਦਾ ਦਿਮਾਗ ਸੁੰਨ ਮੁੰਨ ਕਰ ਜਾਣਾ, ਇੱਕ ਵਾਰੀ ਹੈਰਾਨ ਪਰੇਸ਼ਾਨ ਕਰ ਜਾਣਾ। ਆਪਣੀ ਦ੍ਰਿਸ਼ਟ ਤਰੇ ਸਭ ਕੀਨਾ, ਇਸ ਤਰ੍ਹਾਂ ਸਾਰਿਆਂ ਨੂੰ ਆਪਣੀ ਦ੍ਰਿਸ਼ਟੀ ਦੇ ਥੱਲੇ ਲਿਆਂਦਾ ਹੈ। ਬਾਰ ਬਾਰ ਫਾਂਦਨ ਥਲ ਚੀਨਾ, ਤੇ ਵਾਰ-ਵਾਰ ਛਾਲ ਮਾਰਨ ਵਾਲੀ ਜਗ੍ਹਾ ਜਿਹੜੀ ਉਹਨੂੰ ਜਾਣਿਆ ਵੀ ਕਿੰਨੀ ਕੁ ਉਚਾਈ ਹੈ, ਥੱਲੇ ਕਿੰਨੀ ਕੁ ਨਿਵਾਣ ਹੈ, ਇਹ ਸਾਰਾ ਕੁਝ ਦੇਖਿਆ ਮਾਪਿਆ ਹੈ। ਆਪਣੀ ਦ੍ਰਿਸ਼ਟ ਤਰੇ ਸਭ ਕੀਨਾ, ਸਾਰਾ ਕੁਝ ਆਪਣੀ ਨਜ਼ਰ ਦੇ ਥੱਲੇ ਲਿਆਂਦਾ ਹੈ। ਬਾਰ ਬਾਰ ਫਾਦਰ ਬਲਹੀਨਾ, ਔਰ ਵਾਰ-ਵਾਰ ਜੋ ਛਾਲ ਮਾਰਨ ਦਾ ਤਰੀਕਾ ਆਪ ਜੀ ਨੇ ਜਾਣਿਆ ਹੈ। ਆਪਣੀ ਘਾਤ ਲਾਏ ਬੇਹੇਤ, ਔਰ ਆਪਣਾ ਦਾ ਲਗਾਉਣ ਦੇ ਵਾਸਤੇ ਰਹਿਤ ਕਰਤ ਬਿਦ ਸੁਮਤ ਸਮੇਤ। ਔਰ ਇਸ ਤਰ੍ਹਾਂ ਬੜੀ ਸੁਮਤ ਦੇ ਸਹਿਤ ਸਾਰਾ ਇੰਤਜ਼ਾਮ ਕਰਦੇ ਨੇ। ਜਦੋਂ ਬਗਾਨੇ ਦੁਸ਼ਮਣਾਂ ਨੂੰ ਮਾਰਨਾ ਹੋਵੇ ਤਾਂ ਦੁਸ਼ਮਣ ਦੇ ਘਰੇ ਜਾ ਕੇ ਹਾਰ ਦੇਣੀ ਹੋਵੇ, ਫਿਰ ਬੜੀ ਕਬੀਰ ਚਤੁਰਾਈ ਅਤ ਘਣੀ ਹਰ ਜਪ ਹਿਰਦੇ ਮਾਹੇ। ਫਿਰ ਤਾਂ ਬਹੁਤੀ ਚਤੁਰਾਈ ਚਾਹੀਦੀ ਹੈ ਜੋ ਬਾਬਾ ਜੀ ਦੇ ਪਾਸ ਹੈ ਪਹਿਲਾਂ ਤੋਂ। ਦੋਹਰਾ ਸਰਬ ਭੇਵ ਕੋ ਜਾਣ ਕਰ ਨਿਕਸਨ ਹੇਤ ਉਪਾਵ, ਸਾਰਾ ਭੇਦ ਜਾਣ ਕੇ ਤੇ ਨਿਕਲਣ ਦਾ ਉਪਾਅ ਜਦੋਂ ਆਪ ਜੀ ਨੇ ਜਾਣਿਆ। ਰਚਤ ਸੁਮਤ ਕਰ ਆਪਣੀ ਜੂ ਲਾਗਹਿ ਨਿਜ ਦਾਵ, ਬਸ ਦਾ ਹੀ ਤੱਕਦੇ ਨੇ ਕਿ ਬਸ ਦਾ ਚਾਹੀਦਾ, ਦਾ ਮਿਲੇ ਤੇ ਮੈਂ ਗੁਰੂ ਕਾ ਘੋੜਾ ਗੁਰੂ ਕੇ ਪਾਸ ਪਹੁੰਚਾਉਣਾ ਹੈ। ਚੌਪਈ ਕਿਸ ਪ੍ਰਕਾਰ ਇਹ ਸੁਪਤ ਹੈ ਸਾਰੇ, ਸੋਚਦੇ ਨੇ ਮਨ ਵਿੱਚ, ਦਾ ਸੋਚਦੇ, ਦਾ ਕੀ ਕਿ ਕਿਸ ਤਰ੍ਹਾਂ ਇਹ ਸਾਰੇ ਦੇ ਸਾਰੇ ਸੌ ਜਾਣ। ਲਖ ਹੈ ਨ ਜੀਨ ਤੁਰੰਗਮ ਡਾਰੇ, ਇਹਨਾਂ ਨੂੰ ਇਹ ਵੀ ਨਾ ਪਤਾ ਲੱਗੇ ਕਿ ਕਿਹੜੇ ਵੇਲੇ ਮੈਂ ਘੋੜੇ ਤੇ ਕਾਠੀ ਪਾ ਲਵਾਂ। ਸੋ ਉਪਾਵ ਮੋ ਕੋ ਬਨ ਆਵਹਿ, ਔਰ ਫਿਰ ਕਿਸੇ ਨੂੰ ਪਤਾ ਵੀ ਨਾ ਲੱਗੇ ਕਿ ਕਿਹੜੇ ਸਮੇਂ ਮੈਂ ਸੋ ਲੈ ਕੇ ਚਲਾ ਜਾਵਾਂ, ਕੋਈ ਬਾਅਦ ਵਿੱਚ ਉਪਾਅ ਵੀ ਨਾ ਬਣ ਸਕੇ, ਮੇਰੇ ਮਗਰ ਵੀ ਨਾ ਦੌੜ ਸਕਣ। ਜਾਗੈ ਜਬ ਸਭ ਬਹੁਤ ਜਗਾਵਹਿ, ਜਦੋਂ ਬਹੁਤਾ ਜਗਾਈਏ ਇਹਨਾਂ ਨੂੰ ਉਦੋਂ ਜਾਗਣ। ਇਹ ਤਾਂ ਕੋਈ ਨਸ਼ਾ ਇਤਿਆਦਿਕ ਹੀ ਹੋ ਸਕਦਾ, ਬੇਹੋਸ਼ੀ ਦਾ। ਹਿਰਦੈ ਵਿਚਾਰ ਉਪਾਵ ਆਰੰਭਾ, ਹਿਰਦੇ ਵਿੱਚ ਵਿਚਾਰ ਕਰਕੇ ਤੇ ਉਪਾਅ ਸੋਚਣ ਲੱਗੇ ਹਨ। ਜਿਸ ਤੇ ਹੋਵੇ ਸਭਿਨ ਅਚੰਭਾ, ਜਿਸ ਕਰਕੇ ਸਾਰਿਆਂ ਨੂੰ ਬਸ ਅਜੰਭਾ, ਹੈਰਾਨ ਹੀ ਕਰਕੇ ਚਲੇ ਜਾਣਾ, ਪਰੇਸ਼ਾਨ ਕਰਕੇ ਚਲੇ ਜਾਣਾ। ਸਤਿਗੁਰ ਕੋ ਤਰ ਧਿਆਨ ਮਨਾਵਹਿ, ਮਹਾਰਾਜ ਜੀ ਦਾ ਧਿਆਨ ਧਰਦੇ। ਸਿੱਖ ਦੀ ਓਟ ਤੇ ਗੁਰੂ ਤੇ ਹੀ ਹੈ ਨਾ ਭਾਈ। ਜਾਹੂ ਕਾਹੂ ਆਪਣੋ ਹੀ ਚਿਤ ਆਵੈ, ਜੋ ਕਾਹੂ ਕੋ ਚੇਰੋ ਹੋਵਤ ਠਾਕੁਰ ਹੀ ਪੈ ਜਾਵੈ ਰਹਾਓ।
अपने पै दुख अपने पै सुखा अपने ही पै बिरथा, अपने पै मान अपने पै ताना अपने ही पै अर्था, किन्हीं राज जोबन धन बिलखा किन्हीं बाप महतारी, सर्ब थोक नानक गुर पाए हरपूर न्यास हमारी। सारग महला पंजवा विच गुरु अर्जन साहब जी के बचन आउंदे, जिथे किथे अपने चेते आउंदे, दुख होवे सुख होवे खुशी गमी होवे रोना धोना होवे हासा होवे अपने चेते आउंदे ने। अपना ते भाई गुरु ही है, परमेश्वर ही है। तो इस प्रकार हुण सिख दे मन विच गुरु परमेश्वर दी याद आ रही, महाराज हुण किरपा करो कोई सहायता करो, मैं सब कुछ छोड़ प्रभ तुहीं ते आया। अपनो कारज आप बनावै, तुहाडा कारज है तुसीं आपे कर लेना है, साडा ते नाम ही है महाराज। फुते हयन के सेवक सारे, इस प्रकार घोड़ियां दे जितने भी सेवक सन, राग रंग कर मोदत भारे। ये सारे राग रंग विच बड़े मस्त इन्हां ने साजिंदे रखे सन। वो साज इत्यादक लैके इन्हां नूं गंदे भैड़े नाच गा गा के मुजरे कंजरियां दे वेशवावां दे इन्हां ने वेखदे रहना। ये तुरकड़ियां दी भैड़ी आदत ते उन्हां दा एक वीक पॉइंट सी। ये बाबा जी ने जानिया। कैफ कंचनी महतन खूब है, और ये वेशवागामी सन, अपने दीन मजहब अपने ईमान विच पक्के ना सन, बारंबार आलसी बनाउंदे ने। जे अज साडी कौम आलसी जी हो गई है ना, ਉਹਦੇ ਵਿੱਚੋਂ ਵੱਡਾ ਕਾਰਨ ਇਹ ਵੀ ਹੈ ਪੰਥ ਦੀ ਜਿਹੜੀ ਮਾਇਆ ਨਾ ਸਿੱਖਾਂ ਦੀ ਸਰਦਾਰਾਂ ਦੀ, ਉਹਦੇ ਕਿਤੇ ਅੰਕੜੇ ਪੜ੍ਹ ਕੇ ਦੇਖੋ। ਸਾਡੀ ਬਹੁਤੀ ਮਾਇਆ ਜਿਹੜੀ ਹੈ ਨਾ ਪੰਥ ਦੀ, ਉਹ ਕੇਸਾਂ ਤੇ ਕੋਰਟ ਕਚਹਿਰੀਆਂ ਵਿੱਚ ਵੇਸਟ ਹੁੰਦੀ। ਐਸਾ ਕੋਈ ਮਾਫ ਕਰਨਾ ਸਾਨੂੰ ਸਰਦਾਰ ਜਾਂ ਸਿੱਖ ਖਾਸ ਕਰਕੇ ਪੇਂਡੂ ਭਾਈਚਾਰੇ ਵਿੱਚੋਂ, ਵੈਸੇ ਬਿਮਾਰੀ ਸ਼ਹਿਰਾਂ 'ਚ ਵੀ ਆ ਗਈ, ਇਹ ਲੱਭਣਾ ਸਾਨੂੰ ਔਖਾ ਹੈ ਜਿਹਦਾ ਕਿਸੇ ਨਾਲ ਕੋਈ ਕੇਸ ਨਾ ਚੱਲਦਾ ਹੋਵੇ, ਜਿਹਦੇ ਤੇ ਕੋਈ ਕੇਸ ਨਾ ਹੋਵੇ ਜਾਂ ਜਿੰਨੇ ਕਿਸੇ ਤੇ ਕੇਸ ਨਾ ਕੀਤਾ ਹੋਵੇ। ਇਹ ਬਹੁਤ ਮਾੜੀ ਆਦਤ ਆ ਔਰ ਇਹ ਗੁਰੂ ਘਰ ਦੀ ਬਿਲਕੁਲ ਰਵਾਇਤ ਨਹੀਂ ਹੈਗੀ। ਗੁਰੂ ਪਰਮੇਸ਼ਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪ ਨਿਆਂ ਕਰਦੇ ਸਨ ਤੇ ਤਾਂ ਹੀ ਉਹਨਾਂ ਨੂੰ ਜੰਗ ਯੁੱਧ ਕਰਨੇ ਪਏ। ਗੁਰਸਿੱਖਾਂ ਦੇ ਨਿਆਂ ਗੁਰੂ ਘਰਾਂ 'ਚ ਹੋ ਜਾਂਦੇ ਸਨ। ਗੁਰੂ ਕੇ ਵਜ਼ੀਰ ਨਿਆਂ ਕਰਾ ਦਿੰਦੇ ਸਨ ਭਰਾਵਾਂ ਦੇ, ਆਪਸ ਵਿੱਚ ਵੰਡ ਹੋਣੀ ਕੁਛ ਵੀ ਹੋਣਾ, ਉਹਨਾਂ ਦਾ ਵਚਨ ਸੱਤ ਕਰਕੇ ਮੰਨਦਾ ਸੀ। ਤੇ ਜੇ ਗੁਰੂ ਕਾ ਵਜ਼ੀਰ ਹੋ ਕੇ ਕੋਈ ਅਨਿਆਂ ਕਰਦਾ ਜਾਂ ਪੱਖ ਦੀ ਗੱਲ ਕਰਦਾ, ਮੈਂ ਕਹਿੰਦਾ ਸਾਨੂੰ ਗੱਲ ਮੰਨ ਲੈਣੀ ਚਾਹੀਦੀ ਆ। ਜਿਹੜਾ ਪੱਖ ਦੀ ਗੱਲ ਕਰਦਾ ਉਹਦੇ ਲਈ ਦਸਵੇਂ ਪਾਤਸ਼ਾਹ ਨੂੰ ਵੱਖਰਾ ਨਰਕ ਬਣਾਉਣਾ ਪੈਣਾ, ਨਵਾਂ ਹੀ ਨਰਕ ਬਣਾਉਣਾ ਪੈਣਾ, ਕਿਉਂਕਿ ਉਹ ਧਰਮ ਦੀ ਕਲਾ ਦੀ ਦੁਰਵਰਤੋਂ ਕਰ ਰਿਹਾ। ਪਰ ਸਾਨੂੰ ਵਿਸ਼ਵਾਸ ਕਰਕੇ ਇਤਬਾਰ ਕਰਕੇ ਗੁਰੂ ਪਰਮੇਸ਼ਰ ਦੇ ਘਰ ਦਾ ਸਤਿਕਾਰ ਕਰਦਿਆਂ ਹੋਇਆਂ ਬਚਨ ਪਾਲ ਲੈਣਾ ਚਾਹੀਦਾ ਹੈ। ਸੋ ਸਾਡੀ ਕਸਰ ਮਹਾਰਾਜ ਆਪੇ ਕੱਢੂਗਾ। ਤੋ ਇਸ ਪ੍ਰਕਾਰ ਗੁਰੂ ਘਰ ਦੇ ਨਿਆਂ ਜਿਹੜੇ ਸਨ ਸਿੱਖਾਂ ਦੇ, ਉਹ ਗੁਰੂ ਘਰ ਵਿੱਚ ਹੋਇਆ ਕਰਦੇ ਸਨ। ਜਿਵੇਂ ਮੁਸਲਮਾਨਾਂ ਦੇ ਨਿਆਂ ਜਿਹੜੇ ਉਹ ਮੁੱਲਾ ਮਲਾਣੇ ਕਾਜੀ ਇਤਿਆਦਿ ਕਰਿਆ ਕਰਦੇ ਸਨ। ਇਸ ਪਾਸੇ ਅਸੀਂ ਕੌਮ ਦਾ ਬਹੁਤ ਸਾਰਾ ਜਿਹੜਾ ਪੈਸਾ ਅਸੀਂ ਇਸ ਪਾਸੇ ਵੇਸਟ ਕਰਦੇ ਹਾਂ। ਤੁਸੀਂ ਦੇਖ ਲਓ ਅੰਕੜੇ ਪੜ੍ਹ ਕੇ ਵੀ ਕਿੰਨੇ ਸਰਦਾਰਾਂ ਦੇ ਜਿਹੜੇ ਪੈਸੇ ਇਸ ਪਾਸੇ ਵੇਸਟ ਹੁੰਦੇ ਆ। ਦੂਸਰਾ ਜਿਹੜਾ ਦਮੜਾ ਸਾਡਾ ਖਰਾਬ ਹੋ ਰਿਹਾ ਉਹ ਨਸ਼ੇ ਤੇ ਹੋ ਰਿਹਾ। ਹੁਣ ਲੋਕ ਸੋਚਦੇ ਨੇ ਹਿੰਦੁਸਤਾਨ ਦੇ ਵੀ ਸ਼ਾਇਦ ਇਹ ਜਿਹੜੀ ਸ਼ਰਾਬ ਆ ਖੁਰੇ ਸਰਦਾਰਾਂ ਲਈ ਬਣੀ ਹੈ। ਇਸ ਤਰ੍ਹਾਂ ਦੇ ਮਜ਼ਾਕ ਵਾਲੇ ਵਿਅੰਗ ਉਹ ਕਰਦੇ ਤੇ ਬੇਸ਼ਰਮੀ ਦੀ ਹੱਦ ਹੋ ਗਈ ਹੈ। ਸਾਡੇ ਆਪਣੇ ਹੀ ਲੋਕ ਪੱਗਾਂ ਵਾਲੇ ਲੋਕ ਆ ਵੀਡੀਓ ਇਤਿਆਦਿਕ ਟਿਕਟੋਕਾਂ ਤੇ ਹੋਰ ਜਿਹੜੀਆਂ ਨੇ ਸੋਸ਼ਲ ਹੈਂਡਲ ਆ ਉਹਨਾਂ ਤੇ ਬਣਾ ਕੇ ਸ਼ਰਾਬ ਦੇ ਵਿਅੰਗਾਂ ਵਾਲੀਆਂ ਮਜ਼ਾਕਾਂ ਵਾਲੀਆਂ ਪਾਉਂਦੇ ਨੇ। ਇਹ ਸਾਡੀ ਸਭ ਤੋਂ ਵੱਡੀ ਗਿਰਾਵਟ ਆ। ਇਸ ਤੋਂ ਵੱਡੀ ਕੋਈ ਸਾਡੀ ਗਿਰਾਵਟ ਨਹੀਂ ਹੋ ਸਕਦੀ। ਇਹ ਸਾਡਾ ਗਰਕ ਜਾਣ ਦਾ ਇੱਕ ਸਿਖਰ ਹੈ, ਇੱਕ ਸਿਰਾ ਹੈ। ਜੇ ਇਸ ਪਾਸੇ ਸਾਡੇ ਪੈਸੇ ਨਾ ਵੇਸਟ ਹੋਣ, ਅਸੀਂ ਕੌਮ ਦਾ, ਪੰਥ ਦਾ, ਬਜ਼ੁਰਗਾਂ ਦਾ, ਬੱਚਿਆਂ ਦਾ ਬਹੁਤ ਸਾਰਾ ਅਸੀਂ ਜਿਹੜਾ ਹੈ ਉਹ ਭਲਾ ਕਰ ਸਕਦੇ ਹਾਂ। ਬਹੁਤ ਸਾਰਾ ਅਸੀਂ ਸੋ ਇਸ ਪ੍ਰਕਾਰ ਉਧਾਰ ਕਰ ਸਕਦੇ ਹਾਂ। ਇਹ ਦੋ ਕੁ ਚੀਜ਼ਾਂ ਹਨ। ਪਹਿਲਾ ਨਸ਼ਾ ਹੋ ਗਿਆ, ਕੋਰਟ ਕਚਹਿਰੀ, ਫਿਰ ਦੂਸਰਾ ਤਮਾਸ਼ੇ ਇਤਿਆਦਿਕ ਵੇਖਣੇ। ਪਹਿਲਾਂ ਦੇਖ ਲਓ ਜਦੋਂ ਟੀਵੀ, ਭਾਵੇਂ ਇਹਨਾਂ ਨੂੰ ਆਇਆਂ ਨੂੰ ਬਹੁਤਾ ਸਮਾਂ ਨਹੀਂ ਹੋਇਆ, ਪਹਿਲਾਂ ਲੋਕ ਪੁਰਾਣੇ ਬਜ਼ੁਰਗ ਗੁਰਸਿੱਖ ਆਪਣੇ ਘਰਾਂ 'ਚ ਟੀਵੀ ਨਹੀਂ ਸਨ ਲਾਉਂਦੇਗੇ। ਹੁਣ ਮਾਫ ਕਰਨਾ, ਬਹਾਨਾ ਭਾਵੇਂ ਸਾਡਾ ਹੋਵੇਗਾ ਕਥਾ ਕੀਰਤਨ ਦਾ, ਬਹਾਨਾ ਭਾਵੇਂ ਸਾਡਾ ਹੋਵੇਗਾ। ਹੁਣ ਟੀਵੀ ਚੱਲ ਰਹੇ ਬਹੁਤ, ਪਰ ਜਿੱਥੋਂ ਤੱਕ ਮੈਨੂੰ ਮਹਿਸੂਸ ਹੁੰਦਾ ਇਸ ਟਾਈਮ ਭਾਵੇਂ ਕੋਈ ਬਜ਼ੁਰਗ ਹੀ ਕੋਈ ਬੈਠਾ ਹੋਵੇ ਤੇ ਬੈਠਾ ਹੋਵੇ, ਕੋਈ ਜੁੜੀ ਹੋਈ ਰੂਹ ਬੈਠੀ ਹੋਵੇ ਤੇ ਬੈਠੀ ਹੋਵੇ, ਬਾਕੀ ਤੇ ਸਭ ਬਹਾਨਾ ਹੀ ਆ ਵੀ ਮੈਂ ਟੀਵੀ ਜਿਹੜਾ ਇਸ ਲਈ ਵੇਖਿਆ ਹੋਇਆ। ਜਿਹੜਾ ਸਿੱਖ ਨਿਤਨੇਮ ਕਰਦਾ, ਆਪਣੀ ਬਾਣੀ ਪੜ੍ਹਦਾ, ਤੜਕੇ ਅੰਮ੍ਰਿਤ ਵੇਲੇ ਉੱਠਦਾ,
ਵੇਖੋ ਜੀ, ਸੁਣਨਾ ਦਾ ਬਹੁਤ ਵੱਡਾ ਮਹੱਤਵ ਆ, ਸੁਣਨਾ ਚਾਹੀਦਾ। ਮੈਂ ਖੁਦ ਵੀ ਕਈ ਵਾਰੀ ਨੈੱਟ ਤੇ ਪਾਈ ਦੀ ਕਥਾ ਕੀਰਤਨ, ਪਰ ਬਹੁਤ ਘੱਟ ਪਾਉਂਦੇ ਹਾਂ ਅਸੀਂ ਬਾਵਜੂਦ, ਪਰ ਫਿਰ ਵੀ ਠੀਕ ਹੈ। ਪਰ ਜਿਹੜਾ ਸਿੱਖ ਨਿਤਨੇਮੀ ਆ, ਨਿਤਨੇਮ ਪੰਜ ਬਾਣੀਆਂ ਤੋਂ ਇਲਾਵਾ ਨਿਤਨੇਮ ਕਰਦਾ, ਤੇ ਇੱਕ ਬਣਾਵਟੀ ਚੀਜ਼ ਆ ਤੇ ਇੱਕ ਓਰੀਜਨਲ ਚੀਜ਼ ਆ, ਦੋਨਾਂ ਵਿੱਚ ਦਿਨ ਰਾਤ ਦਾ ਫਾਸਲਾ। ਜਿਹਨੂੰ ਆਪਣੇ ਮਾਂ ਦੇ ਹੱਥਾਂ ਦੀ ਰੋਟੀ ਮਿਲ ਰਹੀ ਹੈ, ਉਹ ਕਿਸੇ ਪੀਜੀ ਵਿੱਚੋਂ ਜਾਂ ਕਿਸੇ ਦੇ ਘਰੋਂ ਕਿਉਂ ਰੋਟੀ ਖਾਵੇ। ਨਿਤਨੇਮ ਜਿਹੜਾ ਖੁਦ ਕਰਨਾ, ਖੁਦ ਬਾਣੀ ਪੜ੍ਹਨੀ ਆ, ਇਹ ਸਿੱਧਾ ਹੀ ਸਮਝ ਲਓ ਮਾਂ ਦਾ ਸ਼ੀਰ, ਮਾਂ ਦਾ ਦੁੱਧ ਮਿਲਣ ਵਾਲੀ ਗੱਲ ਆ। ਤੇ ਕਿਹੜਾ ਹੈ ਅਨਭੋਲ ਜਿਹੜਾ ਮਾਂ ਦਾ ਸ਼ੀਰ, ਮਾਂ ਦਾ ਦੁੱਧ ਛੱਡ ਕੇ ਇਧਰੋਂ ਢਾਬਿਆਂ ਢੂਬਿਆਂ ਤੋਂ ਜਾ ਕੇ ਖਾਵੇ। ਇਹ ਟੀਵੀ ਜਿਹੜਾ ਨਾ ਹੈ ਵੀ ਭੋਜਨ ਹੀ, ਮਾਫ ਕਰਨਾ, ਪਰ ਇਹ ਮਜਬੂਰੀ 'ਚ ਹੋਵੇਗਾ। ਵਿਦੇਸ਼ੀ ਸਿੱਖਾਂ ਲਈ ਬਹੁਤ ਵਧੀਆ ਗੱਲ ਆ, ਜਿਹੜੇ ਕੋਈ ਦਰਸ਼ਨ ਨਹੀਂ ਕਰ ਸਕਦੇ ਜਾਂ ਇਦਾਂ ਦੀ ਗੱਲ ਆ। ਵੈਸੇ ਹੋਵੇ ਉੱਥੇ ਵੀ ਹੈਗੇ ਨੇ 24 ਘੰਟੇ ਬਾਣੀ ਪੜ੍ਹਨ ਵਾਲੇ, ਭਜਨ ਕਰਨ ਵਾਲੇ। ਤਾਂ ਇਸ ਪ੍ਰਕਾਰ ਇਹ ਬਹੁਤੀ ਵਾਰੀ ਨਾਟਕ ਝਿੜਕ ਦਾ ਸਬੱਬ ਇਹ ਟੀਵੀ ਜਿਹੜੇ ਨੇ ਇਹ ਬਣ ਰਹੇ ਨੇ। ਤੀਸਰਾ ਹੈ ਜਿਹੜਾ ਸਾਡੇ ਕਰੈਕਟਰ ਵਿੱਚ ਢੈਂਦੀ ਕਲਾ ਆਉਣੀ ਹੈ। ਇਹ ਤਿੰਨ ਔਗਣ ਜਿਹੜੇ ਨੇ ਇਹ ਬਾਦਸ਼ਾਹੀਆਂ ਵੀ ਰੋਲ ਕੇ ਰੱਖ ਦਿੰਦੇ ਨੇ। ਇਹ ਤਿੰਨਾਂ ਔਗਣਾਂ ਕਰਕੇ ਹੀ ਤੁਸੀਂ ਦੇਖ ਲੈਣਾ, ਅੱਜ ਸੁਣ ਲਓਗੇ ਜਾਂ ਕੱਲ ਦੀ ਕਥਾ 'ਚ ਸੁਣ ਲਓਗੇ, ਵੱਧ ਤੋਂ ਵੱਧ ਪਰਸੋਂ ਤੱਕ ਇਹ ਕਥਾ ਪੂਰੀ ਹੋ ਜਾਏਗੀ ਘੋੜਿਆਂ ਵਾਲੀ, ਪਹਿਲੇ ਘੋੜੇ ਵਾਲੀ। ਤਾਂ ਇਸ ਪ੍ਰਕਾਰ ਇਹ ਵੱਡੀਆਂ ਜਿਹੜੀਆਂ ਜੁਝਾਰੂ ਕੌਮਾਂ ਨੇ, ਤੁਰਕੜੇ ਜੁਝਾਰੂ ਸਨ ਇਹ, ਪਰ ਇਹਨਾਂ ਔਗਣਾਂ ਕਰਕੇ ਉਹ ਬਰਬਾਦ ਹੋ ਗਏ। ਸੋ ਛੋਟੀ ਜੀ ਗਿਣਤੀ ਵਾਲੀ ਕੌਮ ਸਿੱਖਾਂ ਤੋਂ, ਤੇ ਛੋਟੀ ਜੀ ਗਿਣਤੀ ਵਾਲੀ ਸਿੱਖ ਕੌਮ ਵੱਡਿਆਂ ਨੂੰ ਹਰਾਉਣ ਵਾਲੀ, ਅੱਜ ਇਹ ਤਿੰਨਾਂ ਔਗਣਾਂ ਕਰਕੇ ਬਰਬਾਦ ਹੋ ਗਈ, ਤਿੰਨਾਂ ਔਗਣਾਂ ਕਰਕੇ। ਇਸ ਕਰਕੇ ਇਸ ਔਗਣ ਦਾ ਸਾਨੂੰ ਜਿਹੜਾ ਇਹ ਤਿਆਗ ਕਰਨਾ ਚਾਹੀਦਾ। ਸਾਨੂੰ ਆਪਣੇ ਪੁਰਖਿਆਂ ਦਾ, ਸ਼ਹੀਦਾਂ ਦਾ, ਵੱਡਿਆਂ ਵਡੇਰਿਆਂ ਦਾ ਇਤਿਹਾਸ ਪੜ੍ਹਨਾ ਚਾਹੀਦਾ, ਕਥਾ ਸੁਣਨੀ ਚਾਹੀਦੀ ਹੈ, ਅਖੰਡ ਨਿਰੰਤਰ ਸੁਣਨੀ ਚਾਹੀਦੀ ਹੈ। ਸਾਨੂੰ ਵੇਖਣਾ ਚਾਹੀਦਾ ਅਸੀਂ ਕਿੱਥੋਂ ਕਿੱਥੇ ਆਏ। ਖੈਰ ਇਸ ਵਹਿਣ 'ਚ ਬਹੁਤਾ ਨਾ ਵਾਹਾਂ। ਤੋ ਬਾਬਾ ਜੀ ਨੇ ਜਾਣਿਆ ਵੀ ਬਾਰੰਬਾਰ ਤਮਾਸ਼ੇ ਜੋ ਵਹਿ, ਵੇਸ਼ਵਾਗਾਮੀ ਨੇ, ਤਮਾਸ਼ੇ ਵੇਖਦੇ ਨੇ ਤੇ ਸ਼ਰਾਬੀ ਹਨ। ਇਹ ਇਹਨਾਂ ਦੀ ਮੂਲ ਕਮਜ਼ੋਰੀ ਹੈ। ਇੱਕ ਦਿਨ ਬੈਠ ਸਭਾ ਮਹਿ ਸਾਰੇ, ਉਹ ਕਮਜ਼ੋਰੀ ਨੂੰ ਫੜਿਆ। ਕਮਜ਼ੋਰੀ ਕਰਕੇ ਵੇਖ ਲਓ ਸ਼ੇਰ ਵੀ ਪਿੰਜਰੇ 'ਚ ਪੈ ਜਾਂਦਾ। ਫਿਰ ਹੁਣ ਉਹ ਕੁਛ ਹੀ ਹੋਣ ਲੱਗਾ। ਇੱਕ ਦਿਨ ਸਭਾ ਸਜੀ ਹੈ, ਸਾਰਿਆਂ ਦਾ ਮਜਲਿਸ ਸਜਿਆ, ਹਾਸ ਬਿਲਾਸਨ ਬਾਕ ਉਚਾਰੇ, ਹੋਇਆ ਇਦਾਂ ਵੀ ਸਾਰੇ ਹਾਸ ਠੱਠਾ ਮਜ਼ਾਕਾਂ ਕਰਦੇ ਹਨ। ਦਾਸ ਕਹੈ ਸੁਨ ਭਰਾਤ ਕਸੇਰੇ, ਇਹ ਜਿਹੜੇ ਹੋਰ ਸੇਵਾਦਾਰ ਨੇ, ਨੌਕਰ ਚਾਕਰ, ਉਹ ਕਸੇਰੇ ਨੂੰ ਕਹਿਣ ਲੱਗੇ ਭਾਈ ਜਾਨ ਆਖੇ ਸਾਡੀ ਗੱਲ ਤਾਂ ਸੁਣੋ। ਰਹੋ ਨਵੀਨ ਆਏ ਇਸ ਡੇਰੇ, ਸਾਡੇ ਇਸ ਡੇਰੇ ਵਿੱਚ, ਕਿਲੇ ਵਿੱਚ ਤੂੰ ਨਵਾਂ ਨੌਕਰ ਆਇਆ ਹੈ। ਦਾਸ ਕਹੈ ਰਹੋ ਨਵੀਨ ਆਏ ਇਸ ਡੇਰੇ, ਔਰ ਕਿਹਾ ਕਿ ਸਾਡੇ ਇਸ ਡੇਰੇ ਵਿੱਚ ਤੂੰ ਨਵਾਂ ਆਣ ਕੇ ਰਹਿ ਰਿਹਾ ਹੈ। ਅਧਿਕ ਚਾਕਰੀ ਸਭ ਤੇ ਭਈ, ਪਰ ਸਾਰਿਆਂ ਤੋਂ ਜ਼ਿਆਦਾ ਤੇਰੀ ਚਾਕਰੀ ਹੈ, ਤੇਰੀ ਨੌਕਰੀ ਆ। 30 ਰੁਪਏ ਮਹੀਨੇ ਦੇ, 1 ਰੁਪਈਆ ਇੱਕ ਦਿਨ ਦਾ ਉਹਨਾਂ ਜ਼ਮਾਨਿਆਂ ਵਿੱਚ ਬਹੁਤ ਵੱਡਾ ਮਹੱਤਵ ਸੀ। ਤੇ ਪਿਛਲੀ ਕਥਾ ਜਾਇ ਸ਼ਾਇਦ ਪਰਸੋਂ ਜਾਂ ਕੱਲ ਕਿ 1000 ਰੁਪਈਆ ਇਨਾਮ ਵੀ ਇਹਨੇ ਸ਼ਾਹਜਹਾਨ ਨੇ ਬਾਬਾ ਜੀ ਨੂੰ ਦਿੱਤਾ ਸੀ। ਉਹਨਾਂ ਜ਼ਮਾਨਿਆਂ 'ਚ ਬਹੁਤ ਵੱਡੀ ਗੱਲ ਸੀ 1000 ਰੁਪਈਆ। ਤੁਸੀਂ ਅੱਜ ਦੀ ਕੈਲਕੂਲੇਟ ਕਰਕੇ ਦੇਖ ਲੈਣਾ ਜਾਂ ਸਰਚ ਕਰਕੇ ਦੇਖ ਲੈਣਾ ਕਿ ਉਹਨਾਂ ਜ਼ਮਾਨੇ 'ਚ ਰੁਪਈਏ ਦੀ ਕੀ ਅਹਿਮੀਅਤ ਸੀਗੀ। ਇਹ ਤੁਰਕਾਂ ਦੇ ਰਾਜ ਵਿੱਚ ਉਹ ਜਿਹੜੇ ਇਹਨਾਂ ਦੇ ਚੱਲਦੇ ਸਨ, ਪਹਿਲਾਂ ਤੇ ਇਹਨਾਂ ਦੀ ਜਿਹੜੇ ਲੋਧੀ ਸਨ, ਲੋਧੀਆਂ ਦੀ ਦਿਨਾਰ ਚੱਲਦੀ ਸੀ। ਲੋਧੀਆਂ ਤੋਂ ਬਾਅਦ ਫਿਰ ਮੁਗਲਾਂ ਦਾ ਰਾਜ ਆ ਗਿਆ ਸੀ। ਉਹਨਾਂ ਦੀਆਂ ਜਿਹੜੀਆਂ ਮੋਹਰਾਂ ਚੱਲਦੀਆਂ ਸਨ, ਸਿੱਕੇ ਚੱਲਦੇ ਸਨ, ਉਹ ਤੁਸੀਂ ਵੇਖ ਸਕਦੇ ਹੋ। ਅੱਜ ਦੇ ਹਿਸਾਬ ਦੇ ਨਾਲ ਉਹ ਲੱਖਾਂ ਵਿੱਚ ਗੱਲ ਜਾਂਦੀ ਹੋਵੇਗੀ। ਤੋ ਇਸ ਪ੍ਰਕਾਰ ਕਿਹਾ ਵੀ ਇੰਨੇ ਤੈਨੂੰ ਦਮੜੇ ਵੀ ਮਿਲੇ ਨੇ, ਸਭ ਤੋਂ ਜ਼ਿਆਦਾ ਤੇਰੀ ਤਨਖਾਹ 1000 ਰੁਪਇਆ ਨਾਮ ਵੀ ਮਿਲਿਆ ਤੈਨੂੰ। ਸਾਹੋ ਨਿਕਟ ਤੇ ਬਖਸ਼ਿਸ਼ ਲਈ, ਔਰ ਸ਼ਾਹ ਦੇ ਪਾਸੋਂ ਤੈਨੂੰ ਬਖਸ਼ਿਸ਼ ਵੀ ਮਿਲ ਗਈ ਹੈ। ਨਹਿ ਭਰਾਤਨ ਮਹਿ ਜਿਆਫਤ ਕਰੀ, ਔਰ ਕਿਹਾ ਕਿ ਅਸੀਂ ਤੇਰੇ ਭਰਾ ਹਾਂ, ਤੇਰਾ ਭਾਈਚਾਰਾ, ਵੀ ਤੂੰ ਸਾਨੂੰ ਕੋਈ ਸ਼ਿਕਾਈ ਦਿੰਦਾ, ਜਿਵੇਂ ਜ਼ਿਆਫਤ ਕਰਨੀ, ਉਹ ਭੋਜਨ ਕਰਨਾ ਜਿਹਨੂੰ ਕਹਿੰਦੇ ਨੇ, ਇਹ ਤੂੰ ਸਾਡੇ ਨਾਲ ਕਿਉਂ ਨਹੀਂ ਕੀਤਾ ਹੈ? ਪਾਰਟੀ ਕਿਉਂ ਨਹੀਂ ਕੀਤੀ ਹੈ ਭਾਈ? ਇਹੋ ਆਚੀ ਨੈ ਤੁਝ ਤੇ ਸਰੀ, ਹੱਸ ਕੇ ਕਹਿਣ ਲੱਗੇ ਵੀ ਇਹ ਤੇਰੇ ਤੋਂ ਅੱਛੀ ਗੱਲ ਨਹੀਂ ਸਰੀ, ਇਹ ਮਾੜੀ ਗੱਲ ਹੈ, ਤੂੰ ਪਾਰਟੀ ਕਿਉਂ ਨਹੀਂ ਕਰਦਾ ਭਾਈ? ਸੁਣ ਵਿਧੀਏ ਉਰ ਹਰਖ ਉਪੰਨਾ, ਬਾਬਾ ਜੀ ਨੂੰ ਕੀ ਚਾਹੀਦਾ ਸੀ? ਇਹੋ ਕੁਛ ਹੀ ਚਾਹੀਦਾ ਸੀ ਬਸ। ਕਹਿੰਦੇ ਬਸ ਖੁਸ਼ ਹੋ ਗਏ, ਪ੍ਰਸੰਨ ਹੋ ਗਏ ਹਨ। ਕਾਰਜ ਬਨਿਓ ਭਲੋ ਮਨ ਮੰਨਾ, ਮਨ ਕਹਿਣ ਲੱਗੇ। ਫਿਰ ਜੇਤਾ ਆ ਗਿਆ, ਕਹਿੰਦੇ ਧੰਨ ਸੱਚਾ ਪਾਤਸ਼ਾਹ ਤੇ ਧੰਨ ਸੱਚੇ ਪਾਤਸ਼ਾਹ ਦੇ ਘੋੜੇ, ਧੰਨ ਸੱਚਾ ਪਾਤਸ਼ਾਹ ਤੇ ਧੰਨ ਸੱਚੇ ਪਾਤਸ਼ਾਹ ਦੇ ਘੋੜੇ। ਉਹ ਵੇਖ ਕੇ ਹੱਸਣ ਲੱਗੇ ਵੀ ਖੁਰੇ ਕੀ ਇਹਨਾਂ ਨੂੰ ਹੋ ਗਿਆ, ਇਹ ਸੱਚਾ ਪਾਤਸ਼ਾਹ ਕਿਉਂ ਵਾਰ-ਵਾਰ ਕਹਿੰਦੇ? ਪਰ ਯਾਦ ਕਰਦੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਜਾਰੀ ਕਰਾਮਾਤ ਨੂੰ। ਕਹਿਣ ਲੱਗੇ ਧੰਨ ਗਰੀਬ ਨਵਾਜ ਮਹਾਰਾਜ, ਪ੍ਰਸੰਨ ਹੋਏ, ਜਾਣਿਆ ਜੋ ਮੈਂ ਚਾਹੁੰਦਾ ਸੀ ਉਹ ਹੋ ਰਿਹਾ, ਤੇ ਖੁਸ਼ ਹੋ ਕੇ ਕਹਿਣ ਲੱਗੇ, ਕਹਿਣ ਲੱਗਿਓ ਭਰਾਤਨ ਅਨੁਸਾਰੀ। ਭਾਈ ਜੀ ਕਹਿਣ ਲੱਗੇ ਹੱਸ ਕੇ, ਕਹਿੰਦੇ ਮੈਂ ਤੁਹਾਡੇ ਤੇ ਕੋਈ
ਕੋਈ ਉਲਟਿਆਂ ਤੁਹਾਡੇ? ਮੈਂ ਤਾਂ ਤੁਹਾਡੇ ਅਨਸਾਰੀ ਹਾਂ ਮਹਾਰਾਜ, ਮੈਂ ਤੁਹਾਡਾ ਕੋਈ ਉਪਰਾ? ਜੋ ਕਹੋ ਜਿੱਥੇ ਮਰਜੀ ਖੜਿਆ ਕਰ ਦੋ, ਤੁਹਾਡੇ ਨਾਲ ਹਾਂ। ਕਿਉਂ ਨਾ ਕਰੂੰ ਮੈਂ ਖੁਸ਼ੀ ਤੁਮਾਰੀ। ਤੁਹਾਡੀ ਖੁਸ਼ੀ ਲਈ। ਹੁਣ ਇਹ ਬਚਨ ਸੁਣਨ ਵਾਲਾ, ਕਿਉਂਕਿ ਅੱਗੇ ਸ਼ਰਾਬ ਦਾ ਜ਼ਿਕਰ ਹੋਣਾ, ਦਾਸ ਇਹ ਕਥਾ ਬੜੇ ਮਨ ਵਿੱਚ ਕਈ ਵਲਵਲੇ ਆਉਣ ਵੀ ਅੱਜ ਕੱਲ੍ਹ ਤਰਕਾਂ ਕੁਤਰਕਾਂ ਦਾ ਜ਼ਮਾਨਾ, ਲੱਖਾਂ ਸਰੀਰ ਕਥਾ ਸੁਣਦੇ ਨੇ ਵੱਖ-ਵੱਖ ਟੀਵੀ ਚੈਨਲਾਂ ਦੇ ਉੱਪਰ। ਹੋ ਸਕਦਾ ਕੋਈ ਕਈ ਤਰ੍ਹਾਂ ਦੀਆਂ ਤਰਕਾਂ ਵੀ ਕਰੇ, ਪਰ ਉਹਨਾਂ ਦੀ ਖੁਸ਼ੀ ਲਈ ਇਹ ਬਚਨ, ਇਹ ਰਹੱਸ ਹੈ। ਕਿਉਂ ਨਾ ਕਰੋ ਮੈਂ ਖੁਸ਼ੀ ਤੁਮਾਰੀ, ਤੁਹਾਡੀ ਖੁਸ਼ੀ ਲਈ ਕਿਉਂ ਨਹੀਂ ਕਰਾਂਗਾ। ਮਨ ਹੀ ਮਨ ਕਹਿਣ ਲੱਗੇ ਤੇ ਸ਼ਰਾਬ ਦੀ ਗੱਲ ਹੈ, ਮੈਂ ਤਾਂ ਤੁਹਾਨੂੰ ਜ਼ਹਿਰ ਵੀ ਦੇਣ ਲਈ ਤਿਆਰ ਹਾਂ। ਮੈਂ ਨਹ ਜਾਣੀ ਸਭ ਤੁਮ ਕਹੀ। ਔਰ ਕਿਹਾ ਕਿ ਮੈਂ ਨਹੀਂ ਜਾਣਦਾ, ਜੋ ਤੁਸੀਂ ਕਹਿਆ ਬਸ ਉਹ ਗੱਲ ਹੈ ਮੇਨ। ਆਛੀ ਕਰੋ ਅਭੈ ਉਰ ਲਹੀ। ਕਿਆ ਚੰਗੀ ਗੱਲ ਹੈ, ਹੁਣੇ ਕਰ ਦਿਆਂਗਾ, ਜੋ ਕਹੋਗੇ ਪਾਰਟੀ ਹੋ ਜਾਵੇਗੀ। ਏਕ ਅਜੋਗ ਮੋਹਿ ਬਹੁਤ ਵਿਚਾਰਾ। ਕਿਹਾ ਵੀ ਇੱਕ ਗੱਲ ਜਿਹੜੀ ਹੈ ਥੋੜੀ ਜੀ ਆਪਣੇ 'ਚ ਮੈਚ ਨਹੀਂ ਹੁੰਦੀ ਹੈ, ਉਹ ਅਜੋਗ ਹੈ, ਉਹ ਸੁਣ ਲਵੋ। ਜਨਮ ਹਿੰਦੂ ਮਮ ਤੁਰਕ ਤੁਮਾਰਾ। ਮੇਰਾ ਤੇ ਸਿੱਖਾਂ ਦਾ ਘਰ ਦਾ ਜਨਮ ਆ ਤੇ ਤੁਹਾਡਾ ਜਨਮ ਤੁਰਕਾਂ ਦੇ ਘਰ ਦਾ ਹੈ, ਇਸ ਕਰਕੇ ਥੋੜੀ ਜੀ ਅਜੋਗ ਗੱਲ ਹੈ। ਜਾਫਤ ਨਹਿ ਆਹਾਰ ਕੀ ਬਨੈ। ਆਹਾਰ ਦੀ ਜਾਫਤ ਨਹੀਂ ਬਣਦੀ। ਤੁਸੀਂ ਕਿਤੇ ਇਹਨਾਂ ਤੁਰਕਾਂ ਦਾ ਇਤਿਹਾਸ ਪੜ੍ਹ ਕੇ ਦੇਖੋ ਜਾਂ ਇਹਨਾਂ ਦੀਆਂ ਡਾਕੂਮੈਂਟਰੀਆਂ ਬਣੀਆਂ ਵੇਖੋ ਪੁਰਾਣੀਆਂ। ਇਹ ਜਦੋਂ ਭੋਜਨ ਕਰਦੇ ਸਨ, ਇਹ ਮਜਲਿਸ ਬਣਾ ਕੇ ਇਹਨਾਂ ਵਿੱਚ ਭੋਜਨ ਕਰਨ ਦਾ ਰਿਵਾਜ ਆ। ਮਤਲਬ ਇੱਕ ਗੋਲਾਕਾਰ ਦਾ ਇਹ ਬਣਾ ਲੈਂਦੇ ਨੇ ਸਿਸਟਮ, ਥੱਲੇ ਇਹਨਾਂ ਨੇ ਗੱਦਾ ਬਣਾਇਆ ਹੁੰਦਾ ਤੇ ਅੱਜ ਦੀ ਭਾਸ਼ਾ ਵਿੱਚ ਕਹਿ ਲਓ ਚੌਂਕੀ ਜੀ ਲਾਈ ਹੁੰਦੀ ਇਹਨਾਂ ਨੇ। ਇਹ ਕੀ ਕਰਦੇ ਨੇ, ਇੱਕ ਬੰਦੇ ਨੇ ਆਪਣੀ ਰੋਟੀ ਤੋੜਨੀ ਤੇ ਅੱਧੀ ਰੋਟੀ ਦਾ ਇੱਕ ਟੁਕੜਾ ਉਹਨੂੰ ਦੇਣਾ, ਨਾਲ ਬੈਠੇ ਬੰਦੇ ਨੂੰ। ਉਹਨੇ ਆਪਣੀ ਰੋਟੀ ਤੋੜਨੀ, ਅੱਧੀ ਰੋਟੀ ਉਹਨੂੰ ਦੇ ਦੇਣੀ। ਇੱਕ ਰੋਟੀ ਉਹਦੇ ਕੋਲ ਹੋ ਗਈ, ਅੱਧੀ ਦੂਜੇ ਪਾਸਿਓਂ ਆ ਗਈ, ਅੱਧੀ ਦੂਜੇ ਪਾਸਿਓਂ ਆ ਗਈ। ਇਸ ਤਰ੍ਹਾਂ ਦਾ ਇਹਨਾਂ ਦਾ ਇਹ ਝੂਠ ਖਾਣ ਦਾ ਇਹਨਾਂ ਵਿੱਚ ਕਹਿਣ ਤੋਂ ਭਾਵ ਸਿਸਟਮ ਆ। ਫਿਰ ਦੂਸਰਾ, ਜਦੋਂ ਚੰਦਰੇ ਹੱਥ ਵੀ ਧੋਂਦੇ ਨੇ, ਇਹ ਕੀ ਕਰਦੇ ਨੇ ਕਿ ਵੱਡਾ ਇਹਨਾਂ ਨੇ ਬਾਟਾ ਲਿਆ ਹੁੰਦਾ, ਉਹ ਬਾਟੇ ਵਿੱਚੋਂ ਇੱਕ ਬੰਦੇ ਨੇ ਹੱਥ ਧੋ ਲਏ। ਇਹ ਐਸਾ ਨਹੀਂ ਵੀ ਬਾਟੇ ਦੇ ਵਿੱਚ ਨਹੀਂ, ਬਾਟੇ ਦੇ ਵਿੱਚੋਂ ਮੈਂ ਸ਼ਬਦ ਵਰਤ ਰਿਹਾ। ਬਾਟੇ ਦੇ ਵਿੱਚੋਂ ਹੱਥ ਧੋ ਕੇ ਉਹ ਬਾਟਾ ਦੂਜੇ ਦੇ ਅੱਗੇ ਕਰ ਦੇਣਾ। ਉਹਨੇ ਉਹਦੇ ਚੋਂ ਹੱਥ ਧੋ ਲੈਣੇ ਤੇ ਚੁਰਾ ਵੀ ਕਰ ਲੈਣਾ, ਮੁੱਛਾਂ ਵੀ ਝਾੜ ਲੈਣੀਆਂ ਤੇ ਪਾਣੀ ਵੀ ਪੀ ਲੈਣਾ। ਫਿਰ ਦੂਜੇ ਨੇ, ਤੀਜੇ ਨੇ। ਇਸ ਤਰ੍ਹਾਂ ਇਹ ਝੂਠ ਵਾਲਾ ਇਹਨਾਂ ਵਿੱਚ ਬਹੁਤ ਭੱਦਾ ਤੇ ਭੈੜਾ ਇਹ ਰਿਵਾਜ ਹੈ। ਗੁਰੂ ਪੰਥ ਵਿੱਚ ਐਸੀ ਗੁਰੀਤੀ ਨਹੀਂ। ਗੁਰੂ ਪੰਥ ਵਿੱਚ ਝੂਠ ਤੇ ਝੂਠ ਦੀ ਮਨਾਹੀ, ਇੱਥੋਂ ਤੱਕ ਵੀ ਸਿੰਘ ਨਾਮ ਜਪਣ ਵਾਲੇ ਹੈਗੇ ਵੀ ਆਪਸ ਵਿੱਚ ਆਪਣਾ ਹੀ ਭੋਜਨ ਲੈਣਾ, ਝੂਠ ਛੱਡਣ ਦੀ ਆਦਤ ਨਹੀਂ, ਦੂਜੇ ਨੂੰ ਵੀ ਝੂਠ ਜਿਹੜੀ ਆ ਉਹ ਨਹੀਂ ਦੇਣੀ। ਹਾਂ, ਅੰਮ੍ਰਿਤ ਵੇਲੇ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਉਹਦੇ ਵਿੱਚ ਭੇਦਭਾਵ ਕਰਨ ਵਾਲਾ ਜੋ ਮਰਜ਼ੀ ਹੋਵੇ, ਘੱਟੋ ਘੱਟ ਸਿੱਖ ਨਹੀਂ ਹੈਗਾ। ਉਹ ਗਰੀਬ ਨਵਾਜ ਮਾਣ ਨੇ ਪੰਥ ਨੂੰ ਇੱਕ ਕੀਤਾ। ਉਸ ਤੋਂ ਬਾਅਦ ਜੀਵਨ ਆਪੋ ਆਪਣੇ ਹੁੰਦੇ ਨੇ, ਕਮਾਈ ਆਪੋ ਆਪਣੀ ਹੁੰਦੀ ਹੈ। ਉਸ ਤੋਂ ਬਾਅਦ ਸੋ ਕੋਈ ਕਿੰਨੀ ਪੜ੍ਹਾਈ ਕਰ ਜਾਂਦਾ, ਕੋਈ ਅਫਸਰ ਬਣ ਜਾਂਦਾ, ਕੋਈ ਪੜ੍ਹਾਉਂਦਾ ਹੀ ਰਹਿੰਦਾ, ਉੱਥੇ ਹੀ ਰਹਿ ਜਾਂਦਾ। ਇਸ ਪ੍ਰਕਾਰ ਉਹ ਬਾਅਦ ਦੀ ਗੱਲ ਹੈ। ਤੋ ਇਹ ਇਹਨਾਂ ਵਿੱਚ ਰਿਵਾਜ ਸੀਗਾ, ਉਹ ਫਿਰ ਮੇਲ ਨਹੀਂ ਸੀ ਕਰਨਾ। ਪੰਥ ਦੀ ਆਪਣੀ ਮਰਜ਼ਾਦਾ ਸੀ ਤੇ ਇਹਨਾਂ ਨੇ ਆਪਣੇ ਆਪ ਨੂੰ ਹਿੰਦੂ ਦੱਸਿਆ। ਇੱਥੇ ਲੁਪਤੀ ਬਚਨ ਆਓ, ਕਿਉਂਕਿ ਹਿੰਦੂ ਸ਼ੋਅ ਕੀਤਾ ਸੀ ਆਪਣੇ ਆਪ ਨੂੰ। ਸਿੱਖ ਸ਼ੋਅ ਕਰਨ ਦੇ ਨਾਲ ਤੇ ਫਿਰ ਉਹ ਕੰਮ ਹੀ ਨਹੀਂ ਸੀ ਬਣਨਾ। ਤੋ ਇਸ ਤਰ੍ਹਾਂ ਇਹ ਰਿਵਾਜ ਸੀ। ਜਿਵੇਂ ਸਿੱਖ ਮੁਸਲਮਾਨ ਵੀ ਬਣਦੇ ਰਹੇ ਨੇ, ਜਿਵੇਂ ਆ ਗੁਰੂ ਕੇ ਗੁਰਸਿੱਖ ਹੋਏ ਭਾਈ ਸੁੱਖਾ ਸਿੰਘ ਜੀ, ਭਾਈ ਮਹਿਤਾਬ ਸਿੰਘ ਸਾਹਿਬ ਜੀ, ਉਹ ਵੀ ਤੇ ਮੁਸਲਮਾਨਾਂ ਦੇ ਭੇਸ ਵਿੱਚ ਜਾ ਕੇ ਸਿਰ ਵੱਢਿਆ ਸੀ ਨਾ ਤੁਰਕੜੇ ਦਾ। ਇਸ ਪ੍ਰਕਾਰ ਕਿਹਾ ਵੀ ਉਹ ਗੱਲ ਨਹੀਂ ਬਣਨੀ ਆਪਣੀ, ਤੇ ਖਾਣਾ ਜਿਹੜਾ ਹੈ ਉਹ ਨਹੀਂ ਆਪਸ ਵਿੱਚ ਬਣ ਸਕਦਾ। ਹਾਂ, ਪੀਣ ਵਾਲੀ ਗੱਲ ਠੀਕ ਹੈ। ਅਪਰ ਕਰਬ ਤੁਮ ਸਭ ਜਿਮ ਪਨ। ਇਸ ਤੋਂ ਬਾਅਦ ਜੋ ਤੁਸੀਂ ਕਹੋਗੇ ਉਹਦੇ ਵਿੱਚ ਮੈਂ ਪੱਕਾ। ਸਿੱਖ ਆਪਣੀ ਮਰਜ਼ਾਦਾ ਨਹੀਂ ਛੱਡਦੇ, ਇਹ ਵੀ ਮੈਂ ਬੇਨਤੀ ਕਰਦੇ ਹਾਂ। ਭਾਈ ਰਣਧੀਰ ਸਿੰਘ ਸਾਹਿਬ ਜੀ ਨੇ ਜੇਲ੍ਹ ਚਿੱਠੀਆਂ ਪੜ੍ਹ ਲਓ, ਇੰਨੀ ਵੱਡੀ ਉਹਨਾਂ ਦੇ ਜੀਵਨ ਦੀ ਪਰਖ ਸੀ, ਸਮਾਂ ਸਮਾਪਤੀ ਦੇ ਆਸ-ਪਾਸ ਆ। ਉਹਨਾਂ ਨੇ ਆਪਣੀ ਮਰਜ਼ਾਦਾ ਨਹੀਂ ਛੱਡੀ। ਕਈ ਦਿਨ ਭੁੱਖ ਹੜਤਾਲ ਤੇ ਭੁੱਖੇ ਵੀ ਰਹੇ, ਪਰ ਆਪਣੀ ਜਿਹੜੀ ਮਰਜ਼ਾਦਾ ਸੀ ਨਾ, ਭਾਵੇਂ ਕੰਮ ਕੌਮ ਦਾ ਹੈ, ਪਰ ਉਹ ਕੌਮ ਦਾ ਕੰਮ ਵੀ ਕਾਹਦਾ ਹੋਇਆ ਜੇ ਅਸੀਂ ਆਪਣੀ ਮਰਜ਼ਾਦਾ ਹੀ ਖੋਹ ਲਈ, ਆਪਣਾ ਅਸੀਂ ਵਿਵੇਕ ਖੋਹ ਲਿਆ, ਆਪਣੀ ਰਹਿਤ ਮਰਜ਼ਾਦਾ ਖੋਹ ਲਈ। ਉਹ ਕੌਮ ਦਾ ਕੰਮ ਵੀ ਗੁਰੂ ਨੂੰ ਪ੍ਰਵਾਨ ਨਹੀਂ ਹੋ ਸਕਦਾ ਵੀ ਜੇ ਅਸੀਂ ਕੇਸ ਕਟਾ ਲਏ ਜਾਂ ਆਪਣਾ ਸਿਧਾਂਤ ਖੋਹ ਲਿਆ। ਫਿਰ ਗੱਲ ਤਾਂ ਮੇਨ ਸਿਧਾਂਤ ਦੀ ਆ ਨਾ। ਛੋਟੀ ਮੋਟੀ ਜਿਹੜੀ ਗੱਲ ਹੋਈ, ਨੀਤੀ ਵਰਤ ਲੈਣੀ, ਰਾਜਨੀਤੀ ਵਰਤ ਲੈਣੀ, ਉਹ ਤਾਂ ਗੁਰੂ ਨੀਤੀ ਹੈ, ਪਰ ਸਿਧਾਂਤ ਨਹੀਂ ਆਪਣਾ ਖੋਇਆ। ਇਹ ਦੇਖ ਲਓ ਕਿੱਡੀ ਵੱਡੀ ਗੁਰੂ ਕੀ ਕਥਾ
ਕਿਹਾ ਵੀ ਬਾਕੀ ਤੋਂ ਮੈਂ ਤੁਹਾਡੇ ਨਾਲ ਆ, ਪਰ ਇਕੱਠੇ ਖਾ ਨਹੀਂ ਸਕਦੇ ਆਪਾਂ। ਧਨ ਲਾਲਚ ਮੇਰੇ ਕੁਛ ਕਿਹਾ ਵੀ ਨਾਹੀ, ਮਾਇਆ ਦਾ ਮੈਨੂੰ ਕੋਈ ਲਾਲਚ ਨਹੀਂ ਹੈ ਭਾਈ। ਖਾਏ ਖੁਲਾਏ ਦਿਓ ਤੁਮ ਹਾਂ, ਮਾਹੀ, ਜੋ ਤੁਸੀਂ ਖਵਾਉਣਾ ਚਾਹੁੰਦੇ ਤੁਹਾਨੂੰ ਖਵਾ ਦਿਆਂਗਾ ਰਜਵਾ। ਮੈਂ ਨਿਜ ਪਨੋ ਮਨੋਰਥ ਮਨ ਕੋ, ਆਪਣੇ ਮਨ ਦਾ ਮਨੋਰਥ ਤੁਹਾਨੂੰ ਦੱਸ ਦਿੱਤਾ ਹੈ। ਜਾਫਤ ਕਰੂੰ ਕੈਫ ਸਭਿਨ ਕੋ, ਹਾਂ, ਕਿਹਾ ਵੀ ਤੁਸੀਂ ਸ਼ਰਾਬ ਪੀਣਾ ਚਾਹੁੰਦੇ ਹੋ ਤੁਹਾਨੂੰ ਖੁੱਲੀ ਡੁੱਲੀ ਮਿਲ ਜੇਗੀ। ਜੇ ਤਕ ਚਾਹੋ ਤੇ ਤਕ ਪੀਓ, ਜਿੰਨੀ ਚਾਹੋਗੇ। ਉਹ ਜਿਵੇਂ 10ਵੇਂ ਪਾਤਸ਼ਾਹ ਨੇ ਆਖਿਆ ਨਾ, ਉਹ ਪੀਵਤ ਤੇ ਪਿਵਾਵਤ ਹੋ, ਕਿ ਕਿਧਰੇ ਤੂੰ ਪੀਣਾ ਵੀ ਹੈ ਤੇ ਪਿਉਣਾ ਵੀ ਹੈ। ਤੇ ਕਹੂੰ ਮਦਪਾਨ ਹੋ ਆਉਂਦਾ ਨਾ, ਅਕਾਲ ਉਸਤਤ ਵਿੱਚ 10ਵੇਂ ਪਾਤਸ਼ਾਹ ਦੇ ਬਚਨ ਆਉਂਦੇ ਨੇ, ਤੋ ਇਹ ਪ੍ਰਸਾਦ ਕਬਿਤ ਵਿੱਚ। ਤੋ ਇਸ ਪ੍ਰਕਾਰ ਕਿਹਾ ਵੀ ਜਿੰਨੀ ਤੁਸੀਂ ਪੀਣੀ ਚਾਹੋ ਪਿਵਾ ਦਿਆਂਗੇ। ਬਨੋ ਆਨੰਦਤ ਅਮਲੀ ਥਿਓ, ਔਰ ਕਿਹਾ ਕਿ ਜੇ ਤੁਸੀਂ ਅਮਲੀ ਆ, ਰੋਜ਼ ਦੀ ਪੀਨੇ ਆ, ਤੇ ਜੇ ਅੱਜ ਵੀ ਪੀ ਲੋਗੇ ਤੇ ਪੁੰਨ ਪਾਪ ਤੁਹਾਡੇ ਇਸੇ ਤੁਹਾਡੀ ਖੁਸ਼ੀ ਲਈ ਹੈ। ਮਿਲ ਬੈਠੋ ਤੁਮ ਇੱਕ ਥਲ ਸਾਰੇ, ਔਰ ਮੇਰੀ ਇੱਕ ਇੱਛਾ ਵੀ ਤੁਸੀਂ ਸਾਰੇ ਇਕੱਠੇ ਬਹਿ ਕੇ ਪੀਓ, ਵੀ ਇਦਾਂ ਨਾ ਵੀ ਕੋਈ ਸੋਫੀ ਰਹਿ ਜੇ ਤੇ ਮੈਂ ਘੋੜਾ ਨਾ ਲਿਜਾ ਸਕਾਂ, ਗੁਰੂ ਦਾ ਕਾਰਜ ਨਾ ਕਰ ਸਕਾਂ। ਵੀ ਇਹ ਮੇਰੀ ਇੱਛਾ ਵੀ ਤੁਸੀਂ ਸਾਰੇ ਹੀ ਛਕੋ ਇੱਕ ਵਾਰੀ। ਮੈਂ ਸਾਰਿਆਂ ਨੂੰ ਹੀ ਪਾਰਟੀ ਦੇਣਾ ਚਾਹੁੰਦਾ, ਕੋਈ ਰਹਿ ਨਾ ਜਾਵੇ। ਭਰ ਭਰ ਘਟ ਮੈਂ ਧਰੋਂ ਮਜਾਰੇ, ਔਰ ਕਿਹਾ ਕਿ ਘੜੇ ਭਰ ਭਰ ਕੇ ਤੁਹਾਡੇ ਅੱਗੇ ਲਿਆ ਕੇ ਧਰ ਦਿਆਂਗੇ, ਜਿੰਨੀ ਡਫਣੀ ਹੋਵੇਗੀ ਡਫ ਲਿਓ। ਰਾਗ ਰੰਗ ਕਰ ਕਰ ਹਰ ਖਾਵੋ, ਜੋ ਤੁਹਾਡੀ ਆਪਣੀ ਰੀਤੀ ਚੱਲੀ ਆਉਂਦੀ ਹੈ, ਜੋ ਤੁਸੀਂ ਪਹਿਲਾਂ ਕਰਦੇ ਹੋ ਅੱਜ ਵੀ ਕਰ ਲਿਓ, ਮੈਨੂੰ ਕੀ ਫਰਕ ਹੈ। ਅਮਲੀ ਹੋਏ ਆਪਨ ਥਲ ਜਾਵੋ, ਤੇ ਫਿਰ ਤੁਸੀਂ ਛਕ ਛਕਾ ਕੇ ਭਾਵੇਂ ਆਪਣੀ ਥਾਂ ਤੇ ਵੀ ਚਲੇ ਜਾਇਓ, ਤੇ ਤੁਹਾਡੇ ਸਾਰਿਆਂ ਦੇ ਕੰਮ ਮੈਂ ਇਕੱਲਾ ਹੀ ਕਰ ਦਿਆਂਗਾ। ਨਿਜ ਕਰ ਭਰ ਭਰ ਪਿਆਲੇ ਦਹੂੰ, ਔਰ ਕਿਹਾ ਕਿ ਪਿਆਲੇ ਭਰ ਭਰ ਕੇ, ਪਿਆਲਾ ਇਹਨਾਂ ਨੇ ਰੱਖਿਆ ਹੁੰਦਾ ਚਫੇਰਾ ਜਿਹਾ ਚੌੜਾ ਹੁੰਦਾ ਹੈ ਥੋੜਾ, ਜਿਵੇਂ ਸਿੰਘਾਂ ਦੇ ਬਾਟੇ ਤੇ ਗੋਲ ਹੁੰਦੇ ਨੇ, ਇਹਨਾਂ ਦੇ ਚੌੜੇ ਹੁੰਦੇ ਹਨ। ਸਭ ਤ੍ਰਿਪਤਾਏ ਖੁਸ਼ੀ ਮੈਂ ਲਹੂੰ, ਔਰ ਕਿਹਾ ਕਿ ਤੁਹਾਨੂੰ ਤ੍ਰਿਪਤਾ ਕੇ ਮੈਂ ਖੁਸ਼ੀ ਲਵਾਂਗਾ, ਖੁਸ਼ੀ ਲਵਾਂਗਾ। ਹੁਣ ਖੁਸ਼ੀ ਸ਼ਬਦ ਲੁਪਤੀ ਹੈ, ਉਹ ਖੁਸ਼ੀ ਗੁਰੂ ਕੀ ਹੈ। ਕਰਹੁ ਪਰਸਪਰ ਬਾਕ ਔਰ ਇਸ ਸੁਨਾਏ, ਤਰ੍ਹਾਂ ਆਪਸ ਵਿੱਚ ਭਜਨ ਵਿਲਾਸ ਕਰਦੇ ਰਹੇ ਹੋ। ਕਰਹੁ ਮਜਾ ਤੁਮ ਦਿਓ ਖੁਦਾਏ, ਔਰ ਕਿਹਾ ਕਿ ਤੁਹਾਨੂੰ ਖੁਦਾ ਨੇ ਮਜ਼ਾ ਦਿੱਤਾ, ਅੱਲਾਹ ਮੌਲਾ ਤਾਲਾ ਨੇ ਮੌਜਾਂ ਦਿੱਤੀਆਂ ਨੇ, ਇਹ ਮੌਜਾਂ ਕਰੋ ਭਾਈ। ਨਾ ਇਸ ਦਮ ਕੋ ਕੁਛ ਤੇ ਪਰਵਾਸਾ, ਭਾਈ ਜੀ ਬੜੇ ਕਾਲੇ ਨੇ, ਕਹਿੰਦੇ ਵੀ ਇੱਕਦਮ ਦਾ ਕੋਈ ਭਰੋਸਾ ਨਹੀਂ, ਆਮ ਆਦਮੀ ਹਾਂ ਇੱਕਦਮ ਹੀ। ਇਹੀ ਲਾਭ ਕਰ ਲੈ ਹੋ ਬਿਲਾਸਾ, ਕਹਿੰਦੇ ਇਹ ਲਾਭ ਹੈ ਤੇ ਅੱਜ ਹੀ ਇਹ ਕੰਮ ਕਰ ਲਵੋ ਫਿਰ। ਸੁਣ ਹੈ ਸੇਵਕ ਸਭ ਹਰ ਖਾਏ, ਹੁਣ ਕਰਕੇ ਘੋੜਿਆਂ ਦੇ ਸਾਰੇ ਸੇਵਾਦਾਰ ਖੁਸ਼ ਹੋਏ ਹਨ। ਸਾਧ ਸਾਧ ਮੁਖ ਬਾਕ ਕਹਿੰਦੇ ਅਲਾਏ, ਸ਼ਾਬਾਸ਼ ਤੇਰੇ, ਸ਼ਾਬਾਸ਼ ਅਖੇ ਭਰਾ ਹੋਵੇ ਤੇ ਤੇਰੇ ਵਰਗਾ, ਜਿਹੜਾ ਰਜਵੀਂ ਪੀ ਪਿਲਾ ਦਵੇ, ਜੋ ਅਸੀਂ ਚਾਹੁੰਦੇ ਆ ਉਹ ਕਰ ਦਵੇ। ਤੋ ਇਸ ਪ੍ਰਕਾਰ ਇਹਨਾਂ ਦੀ ਆਦਤ ਸੀ, ਇਹਨਾਂ ਦੀ ਕਮਜ਼ੋਰੀ ਸੀ। ਫਿਰ ਬੇਨਤੀ ਕਰਾਂ ਬਹਾਦਰ ਕੌਮਾਂ, ਸੋ ਇਹਨਾਂ ਕਮਜ਼ੋਰੀਆਂ ਕਰਕੇ ਹੀ ਉਹ ਮਰ ਮਿਟ ਜਾਂਦੀਆਂ ਨੇ। ਗੁਰੂ ਕੀ ਕਥਾ ਸਾਡੀ ਬਹਾਦਰ ਕੌਮ ਲਈ ਇਹ ਸਿੱਖਿਆਦਾਇਕ ਤੇ ਲਾਭਦਾਇਕ ਹੈ, ਸੋ ਪ੍ਰੇਰਨਾ ਸਰੋਤ ਹੈ। ਸਮਾਂ ਆਪਣੀ ਮੰਜ਼ਿਲ ਤੇ ਪਹੁੰਚ ਚੁੱਕਿਆ, ਪ੍ਰਕਰਨ ਵੀ ਕਰੀਬਨ ਮੰਜ਼ਿਲ ਤੇ ਹੈ। ਅਗਲੀ ਕਥਾ ਕੱਲ ਦੇ ਦੀਵਾਨਾਂ ਵਿੱਚ ਹੀ ਆਪਾਂ ਸਮੇਂ ਸਿਰ ਪੁੱਜ ਕੇ ਸਰਵਣ ਕਰ ਪਾਵਾਂਗੇ। ਬੇਅੰਤ ਗੁਰੂ ਕੇ ਗੁਰਸਿੱਖ ਮਾਈ ਭਾਈ ਬਿਰਧ ਬਾਲਕ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ ਵਿੱਚੋਂ ਗਰੀਬ ਨਵਾਜ ਮਹਾਰਾਜ ਜੀ ਸੱਚਖੰਡ ਦਰਬਾਰ ਵਿੱਚ ਹਾਜ਼ਰ ਹੋਏ ਨੇ। ਸਭ ਨੂੰ ਜਿਉਂ ਆਇਆ, ਜਿਉਂ ਆਇਆ, ਜਿਉਂ ਆਇਆ। ਭਾਈ ਸਦਾ ਹੀ ਗੁਰੂ ਕੇ ਲੰਗਰ ਪ੍ਰਸ਼ਾਦ ਪਾਣੀ ਰਹਾਇਸ਼ਾਂ ਜਾਣ ਆਉਣ ਦੇ ਸੋਹਣੇ ਸੱਚੇ ਜੇ ਇੰਤਜ਼ਾਮ ਹਨ। ਅਲਾਹਾ ਲਾਓ, ਅੰਮ੍ਰਿਤ ਵੇਲੇ ਹਾਜ਼ਰੀਆਂ ਭਰੋ। ਮਾਤਾਵਾਂ ਭੈਣਾਂ ਬੀਬੀਆਂ ਬੱਚੀਆਂ ਲੰਗਰ ਵਿੱਚ ਜਾ ਕੇ ਜੋੜੇ ਸੋ ਬਰਤਨ ਮਾਂਜਣ, ਜੋੜੇ ਝਾੜਨ, ਗੁਰੂ ਕੀ ਸੇਵਾ ਕਰਨ, ਪ੍ਰਸ਼ਾਦਾ ਵਰਤਾਉਣ ਬਣਾਉਣ, ਲਾਹਾ ਲਓ। ਇਹੋ ਹੀ ਮਹਾਰਾਜ ਦੇ ਘਰ ਵਿੱਚ ਆਉਣ ਦਾ। ਭਾਈ ਗੁਰ ਸੰਗਤ ਮੈਂ ਭਲੋ ਰਹਾਵਨ, ਭਜਨ ਟਹਿਲ ਕਰ ਕਾਲ ਬਿਤਾਵਨ, ਬਾਬਾ ਬੁੱਢਾ ਜੀ ਸਾਹਿਬ ਜੀ ਦੇ ਬਚਨ। ਔਰ ਗੁਰੂ ਕੀਆਂ ਰਹਾਇਸ਼ਾਂ ਇਮਾਰਤਾਂ ਦੇ ਵਾਸਤੇ ਸੋ ਸੇਵਾ ਦੇ ਅਖੰਡ ਪ੍ਰਵਾਹ ਚੱਲ ਰਹੇ ਨੇ। ਬੇਅੰਤ ਗੁਰੂ ਕੇ ਗੁਰਸਿੱਖ ਦਸਵੰਧ ਪਾ ਕੇ ਆਪਣਾ ਸੋ ਦਸਵੰਧ ਸਫਲਾ ਕਰ ਰਹੇ ਨੇ ਕਿਰਤ ਵਿਰਤ। ਆਪ ਜੀ ਵੀ ਆਪਣਾ ਦਸਵੰਧ ਸਫਲਾ ਕਰੋ, ਰਸੀਦ ਜ਼ਰੂਰ ਪ੍ਰਾਪਤ ਕਰੋ। ਗਰੀਬ ਨਵਾਜ ਮਹਾਰਾਜ ਦੇ ਖਜ਼ਾਨਿਆਂ ਵਿੱਚ ਆਪਣਾ ਦਸਵੰਧ ਦੇਵੋ। ਨਿਹੰਗ ਸਿੰਘ ਗੁਰੂ ਕੀਆਂ ਫੌਜਾਂ, ਬਾਬਾ ਮਾਨ ਸਿੰਘ ਸਾਹਿਬ ਜੀ, ਗੁਰੂ ਨਾਨਕ ਦਲ ਮੜੀਆਂ ਵਾਲੇ, ਉਹਨਾਂ ਦੇ ਜਥੇ ਦੇ ਸਿੰਘ ਆਏ ਹੋਏ ਨੇ। ਸੰਗਤਾਂ ਨੂੰ ਸ਼ਰਦਾਈਆਂ ਦੇ ਲੰਗਰ ਲਾ ਲਾ ਕੇ ਨਿਸ਼ਕਾਮ ਭਾਵਨਾ ਦੇ ਨਾਲ ਗੁਰੂ ਕੀਆਂ ਲਾਡਲੀਆਂ ਫੌਜਾਂ, ਗ੍ਰਸਤੀ ਗੁਰੂ ਕੇ ਗੁਰਸਿੱਖ ਨੇ। ਗਰੀਬ ਨਵਾਜ ਮਹਾਰਾਜ ਕਿਰਪਾ ਕਰਨ, ਪੰਥ ਵਿੱਚ ਵਾਧਾ ਹੋਵੇ, ਪੰਥ ਦੀ ਚੜ੍ਹਦੀ ਕਲਾ ਹੋਵੇ, ਗਰੀਬ ਨਵਾਜ ਅੰਗ ਸੰਗ ਸਹਾਈ ਹੋਣ। ਸਮਾਂ ਪੂਰਾ, ਲੇਖੈ ਗਣਤ ਨਾ ਛੂਟੀਐ, ਕਾਚੀ ਭੀਤ ਨਾ ਸੁਧ, ਜਿਸੇ ਬੁਝਾਏ ਨਾਨਕਾ ਤੇ ਗੁਰਮੁਖ ਨਿਰਮਲ ਬੁੱਧ। ਨਹ ਇਸ ਦਮ ਕੋ ਕੁਛ ਪਰਵਾਸਾ, ਸੇਵਕ ਸਭ ਹਰ ਖਾਏ, ਸਾਧ ਸਾਧ ਮੁਖ ਬਾਕ ਅਲਾਏ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।